ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜੁਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੂੰ ਧਰਾ ਧਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਯਾ ਮੈਂ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਦਿਨ ਥਿਰ ਲਖਮੀਰ, ਢਿੱਗ ਬੋਲਿਓ ਕਰ ਬੰਦੇ। ਅੰਗੁਲੀ ਛੇਲੋ ਕਰ ਦਿੱਤੇ, ਕੋ ਹੇਤ ਬਲੰਦੇ। ਕਾਟਤ ਜੜ ਤੁਰ ਕਾਣਕੀ, ਅਤ ਸ਼ੈ ਦ੍ਰਿੜ ਜੋਈ। ਨਸ਼ਟੈ ਸਕਲ ਭਵਿਖ ਮੈਂ, ਪਾਈ ਨਾ ਕਿਤ ਕੋਈ। ਇੱਕ ਦਿਨ ਥਿਰ ਲਖਮੀਰ ਢਿੱਗ, ਬੋਲਿਓ ਕਰ ਬੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਪਿਆਰ ਸਹਿਤ ਗੁਰੂ ਸਵਾਰਿਆਂ ਪਾਸੋਂ ਸੋਦਰ ਰਹਿਰਾਸ ਸਾਹਿਬ ਬਾਣੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਆਓ ਹੁਣ ਆਪਾਂ ਜੋ ਨਿੱਧਾਂ ਪ੍ਰਤੀ ਗੁਰੂ ਇਤਿਹਾਸ ਸਰਵਨ ਕਰਦੇ ਹਾਂ। ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸੰਘਰਸ਼ਮਈ ਇਤਿਹਾਸ ਜੋ ਆਪਾਂ ਸਰਵਨ ਕਰਦੇ ਆ ਰਹੇ ਹਾਂ, ਉਸੇ ਇਤਿਹਾਸ ਨੂੰ ਅੱਗੇ ਵਚਣਾ ਹੈ। ਕੱਲ ਆਪ ਜੀ ਨੇ ਇੱਥੋਂ ਤੱਕ ਪ੍ਰਸੰਗ ਨੂੰ ਸਰਵਨ ਕੀਤਾ ਸੀ
ਕਿ ਸਤਿਗੁਰੂ ਜੀ ਨੇ ਮਹੰਤ ਦਿਆਲਪੁਰੀ ਜੀ ਨੂੰ ਅਸੀਸਾਂ ਬਖਸ਼ੀਆਂ, ਰਹਿਮਤਾਂ ਕੀਤੀਆਂ। ਉਸਨੇ ਸਰਹੰਦ ਦੀ ਧਰਤੀ ਆਪਣੇ ਡੇਰੇ ਤੇ ਜਾ ਕੇ ਸ਼ੰਖ ਪੂਰਿਆ। ਜਿੱਥੋਂ ਤੱਕ ਉਸ ਦੇ ਸ਼ੰਖ ਦੀ ਆਵਾਜ਼ ਗਈ ਉਹ ਥਾਂ, ਉਹ ਇਲਾਕਾ, ਉਹ ਆਬਾਦ ਰਿਹਾ। ਖਾਲਸੇ ਨੇ ਜਦੋਂ ਸਰਹੰਦ ਨੂੰ ਮਾਰਿਆ। ਇਸ ਤਰ੍ਹਾਂ ਗੁਰਦੇਵ ਜੀ ਨੇ ਬਖਸ਼ਾਂ ਮਹਿਰਾਮਤਾਂ ਕੀਤੀਆਂ। ਦੀਨੇ ਕਾਂਗੜ ਦੀ ਧਰਤੀ ਤੇ ਹਨ। ਕਿਵੇਂ ਸਤਿਗੁਰੂ ਜੀ ਦੇ ਨਾਲ ਸਿੰਘ ਵਚਨ ਬਿਲਾਸ ਕਰਦੇ ਨੇ ਵੀ ਤੁਰਕਾਂ ਦੀ ਜੜ ਪੱਟੀ ਜਾਏ, ਔਰੰਗਜ਼ੇਬ ਜੋ ਇਹ ਮੋਢੀ ਹੈ, ਇਹ ਮੂਲ ਹੈ, ਇਹਦਾ ਖਾਤਮਾ ਕੀਤਾ ਜਾਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕੀ ਕਿਰਪਾ ਕਰਦੇ ਨੇ, ਔਰੰਗੇ ਦੇ ਮਾਰਨ ਦੇ ਲਈ ਸਤਿਗੁਰੂ ਜੀ ਕੀ ਜੁਗਤ ਬਣਾਉਂਦੇ ਨੇ। ਇਹ ਸਾਰਾ ਇਤਿਹਾਸ, ਜ਼ਫਰਨਾਮੇ ਦਾ ਇਤਿਹਾਸ ਆਪਾਂ ਅੱਜ ਸਰਵਣ ਕਰਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਪਿਆਰ ਸਹਿਤ ਕਿਰਪਾ ਕਰੋ। ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਦਿਨ ਥਿਰ ਲਖਮੀਰ ਢਿੱਗ, ਬੋਲਿਓ ਕਰ ਬੰਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਜੀ, ਉਹਨਾਂ ਦੇ ਪਾਸ ਇੱਕ ਦਿਨ ਭਾਈ ਸ਼ਮੀਰ ਜੀ ਦੇ ਭਰਾਤਾ ਲਖਮੀਰ ਜੀ ਸਤਿਗੁਰਾਂ ਦੇ ਦਰਸ਼ਨਾਂ ਲਈ ਆਏ। ਤਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਹੱਥ ਜੋੜ ਕੇ ਕਹਿਣ ਲੱਗੇ, ਅੰਗੁਲੀ ਛੇਲੋ ਕਰ ਦਿੱਤੇ ਕੋ ਹੇਤ ਬਲੰਦੇ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਆਪਣੇ ਸ੍ਰੀ ਸਾਹਿਬ ਆਪਣੇ ਹੱਥ ਵਿੱਚ ਪਕੜੀ ਹੈ। ਤੇ ਗੁਰਦੇਵ ਪਿਤਾ ਮਹਾਰਾਜ ਨਿਤ ਉਹਦੀ ਧਾਰ ਪਰਖਦੇ ਨੇ, ਉਸ ਦੀ ਧਾਰ ਨੂੰ ਦੇਖਦੇ ਨੇ। ਤੇ ਭਾਈ ਲਖਮੀਰ ਕਹਿਣ ਲੱਗਾ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਆਪ ਨਿਤ ਇਹ ਕਿਰਿਆ ਕਿਉਂ ਕਰਦੇ ਹੋ? ਕਾਟਤ ਜੜ ਤੁਰਕਾਨ ਕੀ ਅਤ ਸ਼ੈਦਰੜ ਜੋਈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਕਹਿਣ ਲੱਗੇ, ਲਖਮੀਰ ਸਿੰਘ ਜੀ, ਇਹ ਅਸੀਂ ਤੁਰਕਾਂ ਦੀ ਜਿਹੜੀ ਜੜ ਕੱਟਣੀ ਹੈ ਨਾ, ਜਿਹੜੀ ਜੜ ਪੱਟਣ ਦਾ ਅਸੀਂ ਸੰਕਲਪ ਲਿਆ ਹੈ, ਬਸ ਉਸ ਸੰਕਲਪ ਨੂੰ ਅਸੀਂ ਪੂਰਿਆਂ ਕਰਨ ਦੇ ਲਈ ਸਦਾ ਆਪਣੇ ਸ੍ਰੀ ਸਾਹਿਬ ਦੀ ਧਾਰ ਦੇਖਦੇ ਹਾਂ। ਭਾਵ ਜੋ ਸੰਕਲਪ ਲਿਆ ਹੈ, ਜੋ ਬਚਨ ਕੀਤੇ ਨੇ, ਉਹਨਾਂ ਬਚਨਾਂ ਨੂੰ ਸਤਿਗੁਰੂ ਜੀ ਨਿਤ ਚੇਤੇ ਵਿੱਚ ਰੱਖਦੇ ਨੇ, ਨਿਤ ਜ਼ਿਹਨ ਵਿੱਚ ਰੱਖਦੇ ਨੇ ਕਿ ਤੁਰਕਾਂ ਦਾ, ਜ਼ਾਲਮਾਂ ਦਾ ਨਾਸ਼ ਕਰਨਾ ਹੈ। ਨਸ਼ਟੈ ਸਕਲ ਭਵਿੱਖ ਮੈਂ ਪਾਏ ਨਾ ਕਿਤ ਕੋਈ। ਕਹਿਣ ਲੱਗੇ, ਐਸੀ ਇਹਨਾਂ ਦੀ ਜ਼ੁਲਮਾਂ ਦੀ, ਜ਼ਾਲਮਾਂ ਦੀ ਜੜ ਪੱਟਣੀ ਹੈ ਵੀ ਇਸ ਇੱਕ ਵਾਰੀ ਭਵਿੱਖ ਚੋਂ ਨਸ਼ਟ ਹੋ ਜਾਣਗੇ, ਦੁਬਾਰਾ ਕਦੀ ਇਹਨਾਂ ਦੇ ਜ਼ੁਲਮ ਨਹੀਂ ਵਧਣਗੇ। ਮਾਨ ਸਿੰਘ ਭਾਖਿਓ ਤਬੈ ਕਰ ਹਾਣ ਈਮਾਨਾ। ਭਾਈ ਮਾਨ ਸਿੰਘ ਜੀ ਜੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਹਜ਼ੂਰੀ ਸਿੱਖ ਹਨ, ਸਤਿਗੁਰਾਂ ਦੇ ਬਚਨ ਸੁਣੇ ਤੇ ਗਰੀਬ ਨਵਾਜ਼ ਦਾਤਾਰ ਜੀ ਨੂੰ ਭਾਈ ਮਾਨ ਸਿੰਘ ਬੰਦਨਾ ਕਰਨ ਲੱਗੇ। ਪ੍ਰਥਮ ਨਰੰਗੇ ਕੋ ਹਤ ਹੋ ਮੱਚ ਦੁੰਦ ਜਹਾਨਾ। ਕਹਿਣ ਲੱਗੇ, ਹੇ ਗਰੀਬ ਨਵਾਜ਼, ਜੇ ਤੁਰਕਾਂ ਦੀ ਜੜ ਪੱਟਣ ਦਾ ਤੁਸੀਂ ਸੰਕਲਪ ਲੈ ਹੀ ਲਿਆ ਤੇ ਕਿਰਪਾ ਕਰੋ, ਪਹਿਲਾਂ ਜਿਹੜੀ ਜੜ ਦੀ ਮੂਲ ਹੈ, ਵੱਡੀ ਜੜ ਹੈ, ਮੋਟੀ ਜੜ ਹੈ, ਉਹ ਹੈ ਨਰੰਗਾ ਔਰੰਗਜ਼ੇਬ। ਉਹਨੂੰ ਮਾਰ ਮੁਕਾਓ। ਉਹ ਜੇ ਮੁੱਕ ਗਿਆ ਤੇ ਬਾਕੀ ਜੜਾਂ ਤੇ ਆਪਣੇ ਆਪ ਖਤਮ ਹੋ ਜਾਵਣਗੀਆਂ। ਆਦ ਵਜੀਦਾ ਜੇ ਅਹੈ ਅਗ ਕੇ ਫਲ ਪਾਵਹਿ। ਕਹਿੰਦੇ ਬਾਕੀ ਦੇ ਛੋਟੇ ਮੋਟੇ ਕਰਿੰਦੇ ਨੇ ਨਾ, ਜੋ ਵਜੀਦੇ ਵਰਗੇ ਜਾਂ ਲਾਹੌਰ ਦੇ ਜਾਂ ਮੁਲਤਾਨ ਦੇ ਸੂਬੇ, ਇਹ ਸਾਰੇ ਆਪਣੇ ਆਪ ਹੀ ਖਤਮ ਹੋ ਜਾਣਗੇ ਜੇ ਅਸੀਂ ਕਿਤੇ ਨਰੰਗੇ ਨੂੰ, ਔਰੰਗੇ ਨੂੰ ਮਾਰ ਮੁਕਾਇਆ। ਜਗਤ ਬਿਲੋਕਤ ਜਾਣ ਹੈ ਪਾਪੀ ਖਪ ਜਾਵਹਿ। ਹੇ ਗਰੀਬ ਨਵਾਜ਼ ਸਤਿਗੁਰੂ, ਕਿਰਪਾ ਕਰੋ, ਇਸ ਜ਼ਾਲਮ ਦਾ ਖਾਤਮਾ ਕਰੋ। ਜਗਤ ਵੇਖੇ, ਦੁਨੀਆ ਵੇਖੇ ਕਿ ਜ਼ੁਲਮ ਕਰਨ ਵਾਲੇ ਕੀ ਫਲ ਪ੍ਰਾਪਤ ਕਰਦੇ ਨੇ ਜੇ ਅਸੀਂ ਔਰੰਗਜ਼ੇਬ ਨੂੰ ਮਾਰ ਦਈਏ। ਸ਼੍ਰੀ ਮੁਖ ਤੇ ਕਹਿ ਜੰਗ ਤੇ ਹੱਥ ਹੋਏ ਨਰੰਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਭਾਈ ਮਾਨ ਸਿੰਘ ਜੀ ਦੀ ਵਾਰਤਾ ਸੁਣੀ ਤੇ ਗਰੀਬ ਨਵਾਜ਼ ਕਹਿਣ ਲੱਗੇ, ਮਾਨ ਸਿੰਘ, ਔਰੰਗਜ਼ੇਬ ਨੂੰ ਆਪਾਂ ਕੋਈ ਸ਼ਸਤਰ ਨਾਲ ਨਹੀਂ ਮਾਰਨਾ, ਜੰਗ ਵਿੱਚ ਜੂਝ ਕੇ ਉਸ ਨੂੰ ਆਪਾਂ ਨਹੀਂ ਮਾਰਨਾ। ਦੂਰ ਦੇਸ਼ ਦਰਸ਼ਨ ਵਿਖੇ ਹੈ ਅਣਬਨ ਢੰਗਾ। ਕਹਿਣ ਲੱਗੇ, ਇੱਕ ਤਾਂ ਬਹੁਤ ਦੂਰ ਵਸਦਾ ਹੈ, ਦੱਖਣ ਵਾਲੇ ਪਾਸੇ ਵਸਦਾ ਹੈ, ਤੇ ਦੂਸਰਾ ਹੁਣ ਉਹਦੇ ਵਿੱਚ ਸਮਰੱਥਾ ਨਹੀਂ ਕਿ ਸਾਡੇ ਉਹ ਸ਼ਸਤਰਾਂ ਦੀ ਆਬਤਾਬ ਨੂੰ ਝੱਲ ਸਕੇ। ਤਉ ਫਤਿਹ ਕੋ ਖਤ ਲਿਖੇ ਪੜ ਕਰ ਮਰ ਜਾਈ। ਕਹਿਣ ਲੱਗੇ, ਅਸੀਂ ਉਹਨੂੰ ਇੱਕ ਖਤ ਲਿਖਾਂਗੇ,
ਇੱਕ ਚਿੱਠੀ ਲਿਖਾਂਗੇ, ਉਸ ਚਿੱਠੀ ਨੂੰ ਪੜ੍ਹ ਕੇ ਹੀ ਉਸ ਦੀ ਮੌਤ ਹੋ ਜਾਏਗੀ। ਉਹ ਸਾਡੇ ਕਲਮਾਂ ਦੀ ਤਾਬ ਨਹੀਂ ਸਹਾਰ ਸਕਦਾ। ਸਾਡੇ ਸ਼ਬਦ ਹੀ ਉਸ ਦੇ ਲਈ ਤਿੱਖੇ ਅਣਿਆਲੇ ਤੀਰ ਹੋ ਨਿਬੜਨਗੇ। ਆਪਰਨ ਤੇ ਪਲਟਾ ਲਹੈ ਮਮ ਪੰਥ ਬੜਾਈ। ਸਤਿਗੁਰੂ ਜੀ ਭਾਈ ਮਾਨ ਸਿੰਘ ਜੀ ਨੂੰ, ਭਾਈ ਲਖਮੀਰ ਤੇ ਸ਼ਮੀਰ ਨੂੰ ਕਹਿਣ ਲੱਗੇ ਵੀ ਔਰੰਗਜ਼ੇਬ ਨੂੰ ਜਿਹਦਾ ਹਊਆ ਬਣਿਆ ਹੋਇਆ ਨਾ, ਉਹਨੂੰ ਤੇ ਅਸੀਂ ਕਲਮ ਨਾਲ ਹੀ ਮਾਰ ਦੇਣਾ ਹੈ, ਤੇ ਬਾਕੀ ਜਿਹੜੀ ਰਹਿੰਦ ਖੂੰਦ ਹੈ ਇਹਦੇ ਸੂਬੇਦਾਰ ਨੇ, ਵਜ਼ੀਰ ਮੰਤਰੀ ਨੇ, ਉਹਨਾਂ ਤੋਂ ਸਾਡਾ ਪੰਥ ਖਾਲਸਾ ਬਦਲਾ ਲਵੇਗਾ। ਲਿਖਿਓ ਜਫਰਨਾਮਾ ਤਬੈ ਬਹੁ ਬੈਂਤ ਬਣਾਈ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਨੂੰ ਕਿਹਾ, ਕਾਗਦ ਕਲਮ ਲਿਆਓ। ਦੀਨੇ ਕਾਂਗੜ ਦੀ ਧਰਤੀ ਤੇ ਸੰਬਤ 1763 ਸਨ 1706 ਈਸਵੀ ਨੂੰ ਸਤਿਗੁਰਾਂ ਨੇ ਫਾਰਸੀ ਜ਼ੁਬਾਨ ਦੇ ਵਿੱਚ ਔਰੰਗਜ਼ੇਬ ਵੱਲ ਇੱਕ ਆਪਣੀ ਫਤਿਹ ਦੀ ਚਿੱਠੀ ਲਿਖੀ, ਜਿਹਦੇ ਵਿੱਚ ਇਹ ਦਰਸਾਇਆ, ਇਹ ਦੱਸਿਆ ਕਿ ਤੂੰ ਕਿਤੇ ਸੋਚੇ ਕਿ ਮੈਂ ਆਨੰਦਪੁਰ ਛਡਾ ਦਿੱਤਾ ਹੈ, ਸਿੱਖ ਬੱਚੇ ਪਰਿਵਾਰ ਸ਼ਹੀਦ ਕਰ ਦਿੱਤਾ ਹੈ, ਕਿ ਸ਼ਾਇਦ ਤੂੰ ਜਿੱਤਿਆ ਹੋਵੇਂ। ਗੁਰਦੇਵ ਜੀ ਕਹਿ ਲਗੇ, ਨਹੀਂ, ਅੱਜ ਵੀ ਅਕਾਲ ਪੁਰਖ ਦੀ ਕਿਰਪਾ ਨਾਲ ਜਿੱਤ ਮੇਰੀ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਸਾਰੀ ਦਾਸਤਾਂ ਜ਼ਫਰਨਾਮੇ ਦੇ ਵਿੱਚ ਲਿਖੀ ਹੈ। ਸ਼੍ਰੀ ਅਕਾਲ ਕਰਤਾ ਪੁਰਖ ਪੂਰਬ ਵਡਿਆਈ। ਸਭ ਤੋਂ ਪਹਿਲਾਂ ਮਾਂ ਕਵੀ ਜੀ ਕਹਿੰਦੇ ਵੀ ਅਕਾਲ ਪੁਰਖ ਦੀ ਵਡਿਆਈ ਕੀਤੀ ਗੁਰੂ ਸਾਹਿਬ ਨੇ। ਜਦੋਂ ਆਪ ਜੀ ਜ਼ਫਰਨਾਮੇ ਦੇ ਦਰਸ਼ਨ ਕਰੋ, ਵੈਸੇ ਜਦੋਂ ਇਹ ਗੁਰਮੁਖੀ ਵਿੱਚ ਇਹਦੇ ਉਲੱਥੇ ਕੀਤੇ ਗਏ ਨਾ, ਬੜੀਆਂ ਅਸ਼ੁੱਧੀਆਂ ਹੋ ਗਈਆਂ, ਪਰ ਜੋ ਮੂਲ ਸਰੋਤ ਜਾਂ ਪ੍ਰਾਤਨ ਦਸਮ ਦੀਆਂ ਬੀੜਾਂ ਹਨ, ਉਹਨਾਂ ਵਿੱਚ ਸਤਿਗੁਰੂ ਜੀ ਦੀ ਇਹ ਅਮੋਲਕ ਰਚਨਾ ਬੜੀ ਖੂਬਸੂਰਤ ਸਤਿਗੁਰਾਂ ਨੇ ਬਿਆਨ ਕੀਤੀ ਹੈ। 111 ਸ਼ੇਰ ਨੇ ਇਸ ਦੇ ਬੈਂਤਾਂ ਦੇ ਵਿੱਚ ਹੈ। ਪਹਿਲੇ 11 ਸ਼ੇਰ 12 ਸ਼ੇਰ ਉਹ ਸਾਰੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੈ ਸਤਿਗੁਰਾਂ ਨੇ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਮੰਗਲ ਹੀ ਕੀਤਾ ਹੈ। ਪਹਿਲਾ ਸ਼ੇਰ ਜਿਹੜਾ ਜ਼ਫਰਨਾਮੇ ਦਾ ਸ਼ੁਰੂ ਹੁੰਦਾ ਹੈ, ਉਹ ਅਕਾਲ ਪੁਰਖ ਦੀ ਉਸਤਤ ਹੈ। 12 ਸ਼ੇਰ ਅਕਾਲ ਪੁਰਖ ਦੀ ਉਸਤਤ ਵਿੱਚ ਲਿਖੇ ਨੇ। ਉਸ ਤੋਂ ਬਾਅਦ 99 ਸ਼ੇਰਾਂ ਦੇ ਵਿੱਚ ਸਤਿਗੁਰਾਂ ਨੇ ਦਾਸਤਾਂ ਸੁਣਾਈ ਹੈ। ਸਤਿਗੁਰੂ ਜੀ ਆਰੰਭ ਕਰਦੇ ਨੇ ਜ਼ਫਰਨਾਮਾ, ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ੁਕ ਰਿਹਾ ਕੁਨ ਰਹੀਮ, ਅਮਾ ਬਖਸ਼ ਬਖਸ਼ਿੰਦੇ ਉਹ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤਰਤੀਬ ਵਿੱਚ 12 ਸ਼ੇਰ ਲਿਖੇ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼। ਇਹ ਦਤਾਰ ਨੇ ਅਕਾਲ ਪੁਰਖ ਦੀ ਉਸਤਤੀ ਕੀਤੀ। ਗੁਰਦੇਵ ਪਿਤਾ ਮਹਾਰਾਜ ਨੇ ਵਡਿਆਈ ਕੀਤੀ ਕਿ ਉਹ ਮਾਲਕ, ਉਹ ਪਰਮਾਤਮਾ, ਤੂੰ ਮੇਰਾ ਦਿਲ ਪਜ਼ੀਰ ਹੈ, ਮਨ ਨੂੰ ਮੋਹਣ ਵਾਲਾ ਹੈ, ਤੂੰ ਖਤਾ ਬਖਸ਼ਣ ਵਾਲਾ ਹੈ, ਤੂੰ ਰਹਿਮਾ ਕਰਨ ਵਾਲਾ ਹੈ। ਕਮਾਲੇ ਕਰਾਮਾਤ ਕਾਇਮ ਕਰੀਮ, ਤੈਨੂੰ ਕਰਾਮਾਤਾਂ ਵਿੱਚ ਕਮਾਲ ਹਾਸਲ ਹੈ, ਤੇਰੇ ਵਰਗਾ ਕਰਾਮਾਤੀ ਹੋਰ ਦੁਨੀਆ ਤੇ ਕੋਈ ਹੋ ਨਹੀਂ ਸਕਦਾ। ਕਮਾਲੇ ਕਰਾਮਾਤ ਕਾਇਮ ਕਰੀਮ, ਤੇ ਤੂੰ ਕਰੀਮ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ ਹੈ, ਰਹਿਮਤਾਂ ਕਰਨ ਵਾਲਾ ਹੈ। ਇਹ ਸਤਿਗੁਰਾਂ ਨੇ 12 ਸ਼ੇਰ ਜਿਹੜੇ ਨੇ ਤਰਤੀਬ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੰਗਲ ਵਿੱਚ, ਉਹਨਾਂ ਦੀ ਉਸਤਤ ਵਿੱਚ ਉਚਾਰਨ ਕੀਤੇ ਨੇ। ਕਿਉਂਕਿ ਜਦੋਂ ਵੀ ਕੋਈ ਰਚਨਾ ਕੀਤੀ ਜਾਂਦੀ ਹੈ ਨਾ, ਕਾਵ ਦੇ ਗ੍ਰੰਥਾਂ ਦਾ ਨਿਯਮ ਹੈ ਕਿ ਜਦੋਂ ਵੀ ਕੋਈ ਰਚਨਾ ਕੀਤੀ ਜਾਏ, ਸਭ ਤੋਂ ਪਹਿਲਾਂ ਆਪਣੇ ਇਸ਼ਟ ਦਾ ਮੰਗਲ ਕੀਤਾ ਜਾਂਦਾ ਹੈ। ਮੰਗਲ ਖੁਸ਼ੀ ਦਾ ਮੰਗਲ ਹੁੰਦਾ ਹੈ, ਗ੍ਰੰਥ ਦੇ ਪ੍ਰਯੋਜਨ ਦੀ ਮੰਗਲ ਕੀਤਾ ਜਾਂਦਾ ਹੈ, ਬੇਨਤੀ ਰੂਪ ਵਿੱਚ ਮੰਗਲ ਕੀਤਾ ਜਾਂਦਾ ਹੈ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਜ਼ਫਰਨਾਮਾ ਲਿਖਿਆ, ਉਹਦੇ ਵਿੱਚ ਆਪਣਾ ਇਸ਼ਟ ਅਕਾਲ ਪੁਰਖ ਵਾਹਿਗੁਰੂ ਜੀ ਤੇ ਉਹਨਾਂ ਦੇ ਬਾਬਤ ਮੰਗਲ ਕੀਤੇ, ਉਹਨਾਂ ਦੀ ਵਡਿਆਈ ਕੀਤੀ। 12 ਸ਼ੇਰ ਜ਼ਫਰਨਾਮੇ ਦੇ ਅਕਾਲ ਪੁਰਖ ਦੀ ਵਡਿਆਈ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੇ। ਅਹਿਦ ਕਰਨ ਈਮਾਨ ਕੋ ਮਿਲ ਬੇ ਠਹਿਰਾਇਓ। ਫਿਰ ਉਸ ਤੋਂ ਬਾਅਦ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਅਹਿਦ, ਉਹਦਾ ਅਹਿਦ ਦੱਸਿਆ ਵੀ ਤੂੰ ਕੀ ਅਹਿਦ ਕੀਤਾ। ਤੇ ਜੇ ਮੇਰੇ ਤੋਂ ਪੁੱਛੇ, ਮੈਂ ਤੈਨੂੰ ਯਕੀਨ ਕਰਕੇ ਕਹਿਣਾ ਵਾਂ, ਮਰਾ ਇਤਬਾਰੇ, ਮੇਰਾ ਐਤਵਾਰ ਤੇਰੀ ਸਹੁੰ ਤੇ ਪਹਿਲੇ ਦਿਨੋਂ ਨਹੀਂ ਸੀ। ਇੱਥੋਂ ਆਰੰਭ ਹੁੰਦੀ ਹੈ ਦਾਸਤਾਂ ਕਿ ਮੇਰਾ ਐਤਵਾਰ ਨਹੀਂ ਸੀ ਤੇਰੀ ਸਹੁੰ ਤੇ, ਜੋ ਤੂੰ ਆ ਕੇ ਤੇਰੇ ਉਮਰਾਵਾਂ ਨੇ, ਤੇਰੇ ਜਰਨੈਲਾਂ ਨੇ, ਤੇਰੇ ਸੂਬਿਆਂ ਨੇ ਆ ਕੇ ਕੁਰਾਨ ਦੀ ਖਸਮ ਖਾਦੀ, ਤੇਰੇ ਮਾਤ ਹਿਤ ਪਹਾੜੀਆਂ ਨੇ ਗੀਤਾ ਤੇ ਆਟੇ ਦੀ ਗਊ ਦੀ ਕਸਮ ਖਾਦੀ। ਪਰ ਸੱਚ ਜਾਣੀ, ਮੈਨੂੰ ਤੇਰੇ ਕੌਲ ਤੇ ਤੇਰੀ ਕਸਮ ਤੇ ਰਤੀ ਮਾਤਰ ਵੀ ਐਤਵਾਰ ਨਹੀਂ ਸੀ, ਪਰ ਫਿਰ ਵੀ ਮੈਂ ਆਨੰਦਪੁਰ ਛੱਡਿਆ। ਉਹਦਾ ਕਾਰਨ ਇਹ ਸੀ ਕਿ ਤੈਨੂੰ ਆਪਣੀ ਕੁਰਾਨ ਦੀ ਇੱਜ਼ਤ ਨਹੀਂ,
ਤੈਨੂੰ ਆਪਣੇ ਕੁਰਾਨ ਦਾ ਸਤਿਕਾਰ ਨਹੀਂ ਪਤਾ, ਤੈਨੂੰ ਈਮਾਨ ਨਹੀਂ ਪਤਾ, ਨਾ ਇਮਾਮ ਪ੍ਰਸਤੀ ਨਾ ਉਜ਼ਾਏ ਦੀਨ। ਗੁਰੂ ਸਾਹਿਬ ਨੇ ਇਹ ਵੀ ਸ਼ੇਰ ਲਿਖਿਆ ਕਿ ਤੈਨੂੰ ਤੇ ਈਮਾਨ ਦਾ ਹੀ ਨਹੀਂ ਪਤਾ, ਤੂੰ ਆਪਣੇ ਆਪ ਨੂੰ ਬੜਾ ਵੱਡਾ ਈਮਾਨ ਪ੍ਰਸਤ ਆਖਦਾ ਹੈ ਕਿ ਮੈਂ ਇਸਲਾਮ ਦਾ ਪ੍ਰਚਾਰ ਕਰ ਰਿਹਾ। ਪਰ ਇਸਲਾਮ ਦਾ ਪ੍ਰਚਾਰ ਇਸ ਤਰ੍ਹਾਂ ਧੱਕੇ ਨਾਲ ਨਹੀਂ ਹੁੰਦਾ। ਇਸਲਾਮ ਦਾ ਪ੍ਰਚਾਰ ਹੋਰ ਰੱਬ ਦੇ ਪਿਆਰਿਆਂ ਨੂੰ ਮਾਰ ਕੇ ਨਹੀਂ ਹੁੰਦਾ। ਨਾ ਤੈਨੂੰ ਆਪਣੇ ਖੁਦਾ ਤੇ ਐਤਬਾਰ ਹੈ, ਨਾ ਤੈਨੂੰ ਆਪਣੇ ਮੁਹੰਮਦ ਪੈਰੋਕਾਰ ਤੇ ਐਤਬਾਰ ਹੈ। ਸਤਿਗੁਰਾਂ ਨੇ ਬਚਨ ਕੀਤੇ, ਨਾ ਇਮਾਮ ਪ੍ਰਸਤੀ ਨਾ ਉਜਾਏ ਦੀਨ, ਨਾ ਸਾਹਿਬ ਸਨਾਖੀ ਨਾ ਮੁਹੰਮਦ ਯਕੀਨ। ਨਾ ਤੈਨੂੰ ਆਪਣੇ ਖੁਦਾ ਤੇ ਐਤਬਾਰ, ਨਾ ਤੈਨੂੰ ਆਪਣੇ ਪੈਗੰਬਰ ਮੁਹੰਮਦ ਤੇ ਯਕੀਨ, ਤੈਨੂੰ ਤੇ ਈਮਾਨ ਹੀ ਨਹੀਂ। ਈਮਾਨ ਉਸ ਮਰਦ ਨੂੰ ਹੁੰਦਾ ਹੈ ਜਿਹੜਾ ਅਸਲ ਵਿੱਚ ਮਰਦ ਹੁੰਦਾ ਹੈ, ਉਹ ਈਮਾਨ ਵਾਲਾ ਹੁੰਦਾ ਹੈ। ਤੇ ਮਰਦ ਦੀ ਪਰਿਭਾਸ਼ਾ ਵੀ ਸਤਿਗੁਰਾਂ ਨੇ ਆਪਣੇ ਉਸ ਜ਼ਫਰਨਾਮੇ ਵਿੱਚ ਦੱਸੀ ਵੀ ਮਰਦ ਕੌਣ ਹੈ। ਤੂੰ ਆਪਣੇ ਆਪ ਨੂੰ ਮਰਦ ਖਵਾਨਾ ਹੈ। ਸਤਿਗੁਰੂ ਜੀ ਕਹਿੰਦੇ ਮਰਦ ਉਹ ਹੁੰਦਾ ਹੈ ਜੋ ਦਿਲ ਵਿੱਚ ਜੋ ਰੱਖਦਾ ਉਹੀ ਆਪਣੀ ਜ਼ੁਬਾਨ ਤੇ ਰੱਖਦਾ। ਜਿਹਦੇ ਦਿਲ ਵਿੱਚ ਕੁਝ ਹੋਰ ਤੇ ਜ਼ੁਬਾਨ ਵਿੱਚ ਕੁਝ ਹੋਰ ਹੋਵੇ ਉਹ ਮਰਦ ਨਹੀਂ। ਹਮੂ ਮਰਦ ਬਾਇਦ ਬਵਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰਦਾਹਿਨੇ ਦਿਗਰ। ਕਹਿੰਦੇ ਪੇਟ ਵਿੱਚ ਕੁਝ ਹੋਰ ਲਈ ਫਿਰਦਾ ਹੈ ਤੇ ਜ਼ੁਬਾਨ ਤੋਂ ਤੂੰ ਖੁਦਾ ਖੁਦਾ ਕਰਦਾ ਹੈ, ਜ਼ਗਾਤ ਦੇਣਾ ਹੈ, ਆਇਤਾਂ ਪੜ੍ਹਦਾ ਹੈ, ਹਕਾਇਤਾਂ ਪੜ੍ਹਦਾ ਹੈ। ਤੂੰ ਇਮਾਮ ਪ੍ਰਸਤ ਨਹੀਂ ਹੈ, ਤੂੰ ਮੁਹੰਮਦ ਜੇ ਉੱਤੇ ਯਕੀਨ ਕਰਨ ਵਾਲਾ ਨਹੀਂ। ਤੂੰ ਆਪਣੇ ਈਮਾਨ ਤੇ ਆਪਣੇ ਸਾਹਿਬ ਦੇ ਉੱਤੇ ਇੱਕ ਕਲੰਕ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮੇ ਵਿੱਚ ਉਸ ਨੂੰ ਈਮਾਨ ਸਮਝਾਇਆ ਕਿ ਈਮਾਨ ਕਿਵੇਂ ਕਮਾਈਦਾ ਹੈ। ਤੋਰਿਓ ਬੇਈਮਾਨ ਬਣ 10 ਲੱਖ ਪਠਾਇਓ। ਕਹਿੰਦੇ ਤੂੰ ਬੇਈਮਾਨ ਬਣ ਕੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਤੇ 10 ਲੱਖ ਦੀ ਫੌਜ ਦੀ ਚੜ੍ਹਾਈ ਕਰ ਦਿੱਤੀ। ਗੁਰਸਨਹਿ ਚੇਕਾਰੇ ਕੁਨਦ ਚਹਿਲ ਨਰ। ਗੁਰੂ ਸਾਹਿਬ ਨੇ ਚਮਕੌਰ ਦੀ ਦਾਸਤਾਨ ਜਦੋਂ ਲਿਖੀ, ਕਹਿਣ ਲੱਗੇ ਕੀ ਵੇਖ ਤੇਰੀ ਬਹਾਦਰੀ, ਤੇਰੀ ਸੂਰਮਤਾਈ ਵੇਖ ਔਰੰਗਜ਼ੇਬ। ਭੁੱਖੇ ਭਾਣੇ 40 ਸਿੰਘ ਇੱਕ ਗੜੀ ਵਿੱਚ ਸਨ। ਗੁਰਸਨੇਹ ਚੇਕਾਰੇ ਕੁਨਦ ਚਹਿਲ ਨਰ, ਕਿ 10 ਲੱਖ ਆਇਓ ਬਰੋ ਬੇਖਬਦ। ਤੇ ਤੇਰੀ 10 ਲੱਖ ਦੀ ਫੌਜ, ਟਿੱਡੀਆਂ ਦੀ ਫੌਜ, ਸ਼ਾਹਪੌਸ਼ ਮਖਾਲ ਦੀਆਂ ਮੱਖੀਆਂ ਵਾਂਗੂ ਉਹ ਸਾਡੇ ਵੱਲ ਆਣ ਪਈ। ਬਹੁਰ ਜੰਗ ਚਮਕੌਰ ਕੋ ਬਰਨਿਓ ਕਰ ਥੋਰਾ। ਫਿਰ ਸਤਿਗੁਰਾਂ ਨੇ ਚਮਕੌਰ ਦੀ ਸਾਰੀ ਦਾਸਤਾਂ ਉਸੇ ਆਪਣੇ ਜ਼ਫਰਨਾਮੇ ਵਿੱਚ ਟੂਕ ਮਾਤਰ ਲਿਖੀ ਵੀ ਕਿਵੇਂ ਤੇਰੇ ਕਈ ਐਲਕਾਰ, ਤੇਰੇ ਕਈ ਜਰਨੈਲ ਪੌੜੀਆਂ ਲਾ ਲਾ ਕੇ ਚੜ੍ਹਨ ਲੱਗੇ ਸਾਨੂੰ ਪਕੜਨ ਵਾਸਤੇ। ਉਹਨਾਂ ਵਿੱਚੋਂ ਖਵਾਜਾ ਮਰਦੂਦ ਆਇਆ। ਕਹਿੰਦੇ ਉਹਦੇ ਤੋਂ ਪਹਿਲਾਂ 2 ਤੇਰੇ ਜਰਨੈਲ ਆਏ, ਮੈਂ ਇੱਕ ਇੱਕ ਤੀਰ ਉਹਨਾਂ ਨੂੰ ਬਖਸ਼ ਦਿੱਤਾ ਤੇ ਉਹ ਸਦਾ ਦੀ ਨੀਂਦ ਸੌਂ ਗਏ। ਪਰ ਜਦੋਂ ਤੇਰਾ ਵੱਡਾ ਜਰਨੈਲ ਆਪਣੇ ਆਪ ਨੂੰ ਅਖਵਾਨ ਵਾਲਾ ਖਵਾਜਾ ਮਰਦੂਦ, ਉਹਨੇ ਮਮਟੀ ਤੋਂ ਸਿਰ ਉਤਾਂ ਕੀਤਾ ਨਾ, ਪੌੜੀ ਲਾ ਕੇ ਚੜ੍ਹਦਾ ਪਿਆ ਸੀ। ਪਰ ਅੱਗੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨਿਸ਼ਾਨਾ ਵਿੰਨ ਕੇ ਬੈਠੇ ਸਨ। ਜਿਉਂ ਹੀ ਉਹਨੇ ਥੋੜਾ ਜਿਹਾ ਸਿਰ ਕੱਢਿਆ, ਸਤਿਗੁਰੂ ਜੀ ਦਾ ਤੀਰ ਵੇਖ ਕੇ ਇੱਕਦਮ ਥੱਲੇ ਹੋ ਗਿਆ ਤੇ ਧਰਤੀ ਤੇ ਡਿੱਗ ਪਿਆ, ਆਪਣੀ ਜਾਨ ਬਚਾ ਕੇ ਭੱਜ ਗਿਆ। ਗੁਰੂ ਸਾਹਿਬ ਕਹਿਣ ਲੱਗੇ ਮੈਨੂੰ ਅਫਸੋਸ ਹੈ ਕਿ ਉਹ ਮੇਰੇ ਤੀਰ ਦਾ ਸਾਹਮਣਾ ਨਹੀਂ ਕਰ ਸਕਿਆ, ਜੇ ਕਰ ਲੈਂਦਾ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦਿੰਦਾ। ਉਹ ਵੀ ਦਾਸਤਾਨ ਸਤਿਗੁਰਾਂ ਨੇ ਲਿਖੀ, ਦਰੇਗਾ ਅਗਰ ਰੂਹ ਉਹ ਦੀਦ ਮੇਂ ਬਾਇਕ ਤੀਰ ਲਾਚਾਰ ਬਖਸ਼ੀਦ ਮੇਂ। ਦਰੇਗਾ ਫਾਰਸੀ ਵਿੱਚ ਅਫਸੋਸ ਨੂੰ ਕਹਿੰਦੇ ਨੇ। ਇਹ ਅਫਸੋਸ ਨਹੀਂ ਕੀਤਾ ਸਤਿਗੁਰਾਂ ਨੇ ਕਿ ਮੇਰੇ 40 ਸਿੰਘਾਂ ਤੇ 10 ਲੱਖ ਦੀ ਫੌਜ ਆ ਗਈ, ਦਾ ਅਫਸੋਸ ਨਹੀਂ। ਮੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਦਾ ਅਫਸੋਸ ਨਹੀਂ। ਸਤਿਗੁਰੂ ਜੀ ਕਹਿੰਦੇ ਇੱਕ ਅਫਸੋਸ ਕਿ ਜਿਹੜਾ ਆਪਣੇ ਆਪ ਨੂੰ ਬਹਾਦਰ ਤੇਰਾ ਜਰਨੈਲ ਕਹਿੰਦਾ ਸੀ, ਉਹ ਮੇਰੇ ਤੀਰ ਨੂੰ ਇੱਕ ਪਲ ਵੀ ਵੇਖ ਨਾ ਸਕਿਆ। ਜੇ ਇੱਕ ਪਲ ਵੀ ਸਿਰ ਹੋਰ ਉਤਾਂ ਰੱਖਦਾ ਤੇ ਮੈਂ ਇੱਕ ਤੀਰ ਉਹਨੂੰ ਬਖਸ਼ ਦਿੰਦਾ। ਦਰੇਗਾ ਅਗਰ ਰੂਹ ਉਹ ਦੀਦ ਮੇਂ, ਮੈਂ ਉਹਦਾ ਚਿਹਰਾ ਵੇਖ ਲੈਂਦਾ। ਬਾ ਯਕ ਤੀਰ ਲਾਚਾਰ ਬਖਸ਼ੀਦ ਮੇਂ, ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ। ਉਪਾ ਲੰਬ ਦੋਜਕ ਪਰੈ ਜੈ ਸੰਕਟ ਘੋਰਾ। ਤੇ ਐਸਾ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਜਿਹੜਾ ਧਰਮ ਤੋਂ ਇਨਕਾਰੀ ਹੋ ਜਾਂਦਾ ਨਾ, ਆਪਣੀ ਕਸਮ ਤੋਂ ਇਨਕਾਰੀ ਹੋ ਜਾਂਦਾ, ਆਪਣੇ ਕੌਲ ਤੋਂ ਫਿਰ ਜਾਂਦਾ, ਉਹ ਬੇਈਮਾਨ ਹੈ। ਬੇਈਮਾਨ ਸ਼ਬਦ ਅਸੀਂ ਉਹਨੂੰ ਬੇਈਮਾਨ ਕਰਕੇ ਬੋਲਦੇ ਹਾਂ। ਫਾਰਸੀ ਦਾ ਸ਼ਬਦ ਹੈ, 2 ਸ਼ਬਦ ਨੇ ਬੇ ਤੇ ਬਾ। ਜਦੋਂ ਬੇ ਸ਼ਬਦ ਲੱਗ ਜਾਂਦਾ ਨਾ, ਇਹਦਾ ਅਰਥ ਬਦਲ ਜਾਂਦਾ ਹੈ। ਜਦੋਂ ਬਾ ਲੱਗ ਜਾਂਦਾ ਇਹਦਾ ਅਰਥ ਪੋਜ਼ਿਟਿਵ ਵਿੱਚ ਹੋ ਜਾਂਦਾ। ਜਿਹਨੂੰ ਕਹੀਏ ਬਾ ਕਮਾਲ, ਬਾ ਕਮਾਲ ਦਾ ਅਰਥ ਹੁੰਦਾ ਜਿਹਦੀ ਕੋਈ ਮਿਸਾਲ ਨਹੀਂ, ਬਹੁਤ ਵਧੀਆ, ਬਹੁਤ ਕਮਾਲ ਦਾ। ਤੇ ਜੇ ਬੇ ਲੱਗ ਜੇ, ਬੇਮਿਸਾਲ ਜਾਂ ਬੇਈਮਾਨ, ਜਿਹਦਾ ਕੋਈ ਈਮਾਨ ਹੀ ਨਾ ਹੋਵੇ, ਗੁਰੂ ਸਾਹਿਬ ਨੇ ਉਹਨੂੰ ਬੇਈਮਾਨ ਕਿਹਾ ਹੈ। ਬੇਈਮਾਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਤੇ ਗੁਰਦੇਵ ਜੀ ਕਹਿੰਦੇ ਜਿਹਨੇ ਕਸਮ ਖਾਧੀ ਮੁੱਕਰ ਗਿਆ ਉਹ ਬੇਈਮਾਨ ਹੋ ਗਿਆ। ਤੇ ਬੇਈਮਾਨ ਨੂੰ
ਤੇਰੀ ਕੁਰਾਨ ਕਹਿੰਦੀ ਹੈ ਵੀ ਦੋਜ਼ਖ ਦੀ ਅੱਗ ਸਾੜ ਦਿੰਦੀ ਹੈ। ਬੇਇਨਸਾਫੀ ਤੈਂ ਕਰੀ ਬੜ ਚਾਹੇ ਸਜਾਈ। ਕਹਿਣ ਲੱਗੇ ਤੁਸੀਂ ਬੇਇਨਸਾਫੀਆਂ ਕੀਤੀਆਂ, ਨਾ ਧਰਮ ਦਾ ਯੁੱਧ ਕੀਤਾ, ਨਾ ਧਰਮ ਦੀ ਗੱਲ ਕੀਤੀ, ਨਾ ਕਿਸੇ ਤਰ੍ਹਾਂ ਆਪਣੀਆਂ ਕਸਮਾਂ ਨੂੰ ਨਿਭਾਇਆ। ਇਹ ਤੁਹਾਡੀ ਬੇਈਮਾਨੀ ਦਾ ਪ੍ਰਤੱਖ ਪ੍ਰਮਾਣ ਹੈ। ਅਸ਼ਟ ਦਿਵਸ ਕੀ ਸਾਹਿਬੀ ਕਰ ਲੈ ਮਨ ਭਾਈ। ਇਹ ਤਾਂ 8 ਕੁ ਦਿਨਾਂ ਦੀ ਤੇਰੀ ਮੌਜ ਹੈ, ਥੋੜੇ ਦਿਨਾਂ ਦਾ ਤੂੰ ਆਪਣਾ ਬਾਦਸ਼ਾਹ ਬਣਿਆ, ਇੱਕ ਦਿਨ ਤੇ ਖਤਮ ਹੋਣਾ ਹੈ। ਤੂੰ ਨਾਂ ਰਖਾਇਆ ਆਪਣਾ ਔਰੰਗਜ਼ੇਬ। ਔਰੰਗਜ਼ੇਬ ਦਾ ਅਰਥ ਹੁੰਦਾ ਹੈ, ਇਹ ਤਖੱਲਸ ਸੀ ਇਹਦਾ। ਔਰੰਗਜ਼ੇਬ ਦਾ ਅਰਥ ਹੁੰਦਾ ਹੈ, ਜ਼ੇਬ ਨਾਮ ਫਾਰਸੀ ਦੇ ਵਿੱਚ ਸ਼ੋਭਾ ਨੂੰ ਕਿਹਾ ਜਾਂਦਾ ਹੈ, ਕਿ ਸ਼ੋਭਾ ਦੀ ਗੱਲ ਕਰਨੀ ਹੋਵੇ ਤੇ ਜ਼ੇਬ ਕਿਹਾ ਜਾਂਦਾ ਹੈ। ਤੇ ਔਰੰਗ ਦਾ ਅਰਥ ਹੁੰਦਾ ਹੈ ਤਖਤ। ਉਹ ਇਨਸਾਨ ਜਿਹੜਾ ਤਖਤ ਤੇ ਬੈਠ ਕੇ ਤਖਤ ਦੀ ਸ਼ੋਭਾ ਵਧਾਉਂਦਾ ਹੈ, ਉਹਨੂੰ ਔਰੰਗਜ਼ੇਬ ਕਿਹਾ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨਾਂ ਰਖਾਇਆ ਤੂੰ ਔਰੰਗਜ਼ੇਬ, ਪਰ ਆਪਣੇ ਅੰਦਰ ਝਾਤੀ ਮਾਰ ਵੀ ਤਖਤ ਤੇ ਬੈਠ ਕੇ ਤੂੰ ਤਖਤ ਦੀ ਸ਼ੋਭਾ ਨੂੰ ਵਧਾਇਆ ਹੈ ਕਿ ਤਖਤ ਨੂੰ ਕਲੰਕਿਤ ਕੀਤਾ। ਤੈਨੂੰ ਤੇ ਨਾਮ ਵੀ ਹੀ ਨਹੀਂ ਰਖਾਉਣਾ ਚਾਹੀਦਾ। ਤੂੰ ਔਰੰਗਜ਼ੇਬ ਨਹੀਂ, ਤੂੰ ਤਖਤ ਦੀ ਸ਼ੋਭਾ ਨਹੀਂ, ਤੂੰ ਤੇ ਤਖਤ ਲਈ ਇੱਕ ਕਲੰਕ ਹੈ। ਨਾ ਜ਼ੇਬਤ ਤੁਰਾ ਨਾ ਔਰੰਗਜ਼ੇਬ, ਕਿ ਔਰੰਗਜ਼ੇਬਾ ਨਿਆਦ ਫਰੇਬ। ਕਹਿੰਦੇ ਜਿਹੜੇ ਤਖਤ ਤੇ ਬੈਠਦੇ ਨਾ, ਉਹ ਫਰੇਬ ਨਹੀਂ ਕਰਦੇ, ਉਹ ਧੋਖੇ ਨਹੀਂ ਕਰਦੇ, ਉਹ ਬੇਈਮਾਨ ਨਹੀਂ ਹੁੰਦੇ, ਉਹ ਅਧਰਮੀ ਨਹੀਂ ਹੁੰਦੇ। ਤੂੰ ਇਹ ਸਾਰੇ ਕੰਮ ਕੀਤੇ ਨੇ ਤੇ ਫਿਰ ਅਖਵਾਨਾ ਵੀ ਮੈਂ ਔਰੰਗਜ਼ੇਬਾਂ। ਤੈਨੂੰ ਇਹ ਨਾਮ ਸ਼ੋਭਦਾ ਨਹੀਂ, ਤੂੰ ਆਪਣਾ ਨਾਮ ਬਦਲ ਲੈ। ਦਾਸਤਾਨ ਬਦ ਸ਼ਹਿਨ ਕੀ ਅਰ ਕੇ ਤਕਿਆਨਾ। ਕਹਿੰਦੇ ਇਸ ਤਰ੍ਹਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਦਾਸਤਾਨ ਲਿਖੀ ਕਿ ਤੂੰ ਬੜੇ ਯਤਨ ਕੀਤੇ ਕਿ ਮੈਂ ਗੋਬਿੰਦ ਸਿੰਘ ਨੂੰ ਪਕੜ ਲਵਾਂ, ਤੂੰ ਬੜੇ ਯਤਨ ਕੀਤੇ ਮਾਰ ਲਵਾਂ, ਪਰ ਔਰੰਗਜ਼ੇਬ ਤੂੰ ਇੱਕ ਕਾਂ ਹੈ, ਕਾਂ, ਚਲਾਕ ਕਾਂ, ਤੇ ਮੈਂ ਅਕਾਲ ਪੁਰਖ ਦਾ ਪੁੱਤਰ ਹਾਂ। ਮੇਰੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਸਾਇਆ ਹੈ, ਉਹ ਪੰਛੀ ਦਾ ਸਾਇਆ ਮੇਰੇ ਉੱਤੇ, ਜਿਹਦੇ ਉੱਤੇ ਉਹਦਾ ਸਾਇਆ ਹੋਵੇ ਉਹਨੂੰ ਕੋਈ ਤੇਰੇ ਵਰਗਾ ਚਲਾਕ ਕਾਂ ਹੱਥ ਨਹੀਂ ਪਾ ਸਕਦਾ। ਗੁਰੂ ਸਾਹਿਬ ਨੇ ਉੱਥੇ ਸ਼ੇਰ ਲਿਖਿਆ, ਦਤਾਰ ਜੀ ਕਹਿੰਦੇ ਹੁਮਾਰਾ ਕਸਾ ਸਾਇਆ ਆਇਦ ਬਜ਼ੇਰ ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਜਾਗੇ ਕਹਿੰਦੇ ਨੇ ਕਾਂ ਨੂੰ, ਕਹਿੰਦੇ ਤੇਰੇ ਵਰਗੇ ਚਲਾਕ ਕਾਂ ਮੈਨੂੰ ਹੱਥ ਨਹੀਂ ਪਾ ਸਕਦੇ, ਕਿਉਂਕਿ ਮੇਰੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਸਾਇਆ ਹੈ। ਲਿਖੇ ਬੈਂਤ ਕਰ ਸ਼ਾਇਰੀ ਚਤੁਰਾਈ ਮਹਾਨਾ। ਗੁਰਦੇਵ ਪਿਤਾ ਮਹਾਰਾਜ ਨੇ ਇਸ ਤਰ੍ਹਾਂ ਬੈਂਤਾਂ ਦੇ ਅੰਦਰ ਦਤਾਰ ਜੀ ਨੇ ਦਾਸਤਾਨ ਜ਼ਫਰਨਾਮੇ ਦੀ ਲਿਖੀ ਤੇ ਇਹ ਬਚਨ ਕੀਤੇ, ਮੇਰਾ ਜੀ ਨਹੀਂ ਸੀ ਕਰਦਾ ਵੀ ਮੈਂ ਯੁੱਧ ਮਚਾਵਾਂ, ਮੈਂ ਸ਼ਸਤਰ ਚੁੱਕਾਂ, ਪਰ ਤੂੰ ਕੋਈ ਮੈਨੂੰ ਹੀਲਾ ਹੋਰ ਦਿੱਤਾ ਹੀ ਨਹੀਂ। ਮੈਨੂੰ ਕਿਸੇ ਹੋਰ ਪਾਸੇ ਦੇ ਲਈ ਤੂੰ ਕਿਸੇ ਤਰ੍ਹਾਂ ਵੀ ਹੋਰ ਸ਼ਾਂਤੀ ਦੇ ਪ੍ਰਸਤਾਵ ਠੁਕਰਾ ਦਿੱਤੇ, ਆਪਣੀਆਂ ਕਸਮਾਂ ਦੇ ਪ੍ਰਸਤਾਵ ਠੁਕਰਾ ਦਿੱਤੇ, ਚੁੱਪ ਦੇ ਪ੍ਰਸਤਾਵ ਠੁਕਰਾ ਦਿੱਤੇ। ਫਿਰ ਦਤਾਰ ਪਿਤਾ ਜੀ ਕਹਿੰਦੇ ਬਾ ਲਾਚਾਰਗੀ ਦਰਮਿਆਂ ਆਮਦੰਦ ਬਾ ਤਦਬੀਰ ਤੀਰੋ ਤੁਫੰਗ ਆਮਦੰਦ। ਕਹਿੰਦੇ ਫਿਰ ਮੈਨੂੰ ਵੀ ਮਜਬੂਰ ਹੋ ਕੇ ਮੈਦਾਨੇ ਜੰਗ ਵਿੱਚ ਆਉਣਾ ਪਿਆ ਤੇ ਫਿਰ ਮੈਂ ਐਸੀ ਤੀਰਾਂ ਤੇ ਤੁਫੰਗਾਂ ਦੀ ਵਰਖਾ ਕੀਤੀ ਕਿ ਤੇਰਾ ਟਿੱਡੀ ਦਲ ਇੱਕ ਖਿਣ ਵਿੱਚ ਹੀ ਰੜੇ ਮੈਦਾਨ ਵਿੱਚ ਸੌਂ ਗਿਆ। ਬਾ ਤਰਦੀਬ ਤੀਰੋ ਤੁਫੰਗ ਆਮਦਨ ਬਾ ਲਾਚਾਰਗੀ ਦਰਮਿਆਂ ਆਮਦਨ। ਕਹਿੰਦੇ ਮੈਂ ਲਾਚਾਰਗੀ ਕਰਕੇ ਮੈਦਾਨੇ ਜੰਗ ਵਿੱਚ ਆਇਆ ਕਿਉਂਕਿ ਤੂੰ ਮੇਰੇ ਕੋਲ ਕੋਈ ਹੋਰ ਪ੍ਰਸਤਾਵ ਛੱਡਿਆ ਹੀ ਨਹੀਂ। ਤੇ ਇਹ ਨੀਤੀ ਆਖਦੀ ਹੈ ਕਿ ਜਦੋਂ ਬੰਦੇ ਦੇ ਕੋਲੋਂ ਸਾਰੇ ਹੀਲੇ ਮੁੱਕ ਜਾਣ, ਸਾਰਿਆਂ ਸਲਾਮਾਂ ਦੇ ਬਾਬਤ ਮੁੱਕ ਜਾਣ, ਪ੍ਰਸਤਾਵ ਮੁੱਕ ਜਾਣ, ਫਿਰ ਉਦੋਂ ਸ਼ਸਤਰ ਚੱਕ ਲੈਣਾ ਇਹ ਨਿਆਂ ਹੈ, ਇਹ ਧਰਮ ਹੈ ਤੇ ਮੈਂ ਧਰਮ ਹੀ ਕਮਾਇਆ ਹੈ। ਸ਼ਸਤਰ ਚੁੱਕ ਕੇ ਮੈਂ ਧਰਮ ਹੀ ਕਮਾਇਆ ਹੈ। ਉੱਥੇ ਸਤਿਗੁਰਾਂ ਨੇ ਇਹ ਬਚਨ ਕੀਤੇ, ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਹਿੰਦੇ ਜਦੋਂ ਸਾਰੇ ਹੀਲੇ ਟੱਪ ਗਿਆ, ਤੂੰ ਕਿਸੇ ਗੱਲ ਤੇ ਨਾ ਆਇਆ, ਫਿਰ ਮੈਨੂੰ ਮਜਬੂਰ ਹੋ ਕਰਕੇ ਆਪਣੀ ਸ੍ਰੀ ਸਾਹਿਬ ਨੂੰ ਆਪਣੇ ਦਸਤ ਵਿੱਚ, ਆਪਣੇ ਹੱਥ ਵਿੱਚ ਪਕੜਨਾ ਪਿਆ। ਜਸ ਜਸ ਆਸ਼ਾ ਕਹਿਣ ਕੋ ਸਮਝਾਵਣ ਹਿਤਾ। ਇਸ ਤਰ੍ਹਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੈਸਾ ਜੈਸਾ ਆਸ਼ਾ ਸੀ ਨਾ, ਉਹਦੇ ਅੱਗੇ ਸਾਰੀ ਤਸਵੀਰ ਬਿਆਨ ਕਰ ਦਿੱਤੀ ਵੀ ਤੇਰੇ ਅਹਿਲਕਾਰ ਕਿਵੇਂ ਦੇ ਨੇ, ਤੂੰ ਕੈਸਾ ਹੈ, ਤੇਰਾ ਇਮਾਮ ਕੈਸਾ ਹੈ, ਤੂੰ ਕਿਵੇਂ ਦਾ ਬਾਦਸ਼ਾਹ ਹੈ, ਤੈਨੂੰ ਕਿਹਦੇ ਤੇ ਭਰੋਸਾ ਹੈ ਤੇ ਮੈਨੂੰ ਕਿਹਦੇ ਤੇ ਭਰੋਸਾ ਹੈ। ਗੁਰਦੇਵ ਪਿਤਾ ਕਹਿਣ ਲੱਗੇ ਤੇਰੀ ਨਜ਼ਰ ਪਤਾ ਕਿਹਦੇ ਤੇ ਹੈ? ਤੂੰ ਹੰਕਾਰੀ ਸੈਂ ਤੁਰਾ ਅਗਰ ਨਜ਼ਰ ਹਸਤ ਲਸ਼ਕਰ ਵ ਜ਼ਰ, ਕਿ ਤੂੰ ਸੋਚਦਾ ਹੈ ਮੇਰੇ ਕੋਲ ਲਸ਼ਕਰ ਬੜੀ ਵੱਡੀ ਹੈ, ਫੌਜ ਬੜੀ ਵੱਡੀ ਹੈ, ਮੇਰੇ ਕੋਲ ਮਾਲ ਅਸਬਾਬ ਬੰਦੂਕਾਂ ਤੋਪਾਂ ਬੜੀਆਂ ਵੱਡੀਆਂ ਨੇ। ਤੁਰਾ ਅਗਰ ਨਜ਼ਰ ਹਸਤ ਲਸ਼ਕਰ ਵ ਜ਼ਰ,
ਪਰ ਕਹਿਣ ਲੱਗੇ ਤੈਨੂੰ ਇਹ ਨਹੀਂ ਸੀ ਪਤਾ ਮੇਰੀ ਨਜ਼ਰ ਕਿੱਥੇ ਹੈ, ਤੈਨੂੰ ਇਹ ਨਹੀਂ ਸੀ ਪਤਾ ਮੇਰੇ ਕੋਲ ਕੀ ਹੈ ਕਿ ਮਾਰਾ ਨਿਗਾਹ ਅਸਤ ਯਜਦਾ ਸ਼ੁਕਰ, ਮੈਂ ਸਦਾ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰ ਵਿੱਚ ਹੀ ਰਿਹਾ ਹਾਂ। ਮੇਰੀ ਨਜ਼ਰ ਉਹਦੇ ਚਰਨਾਂ ਵਿੱਚ ਹੈ ਤੇ ਤੇਰੀ ਨਜ਼ਰ, ਤੈਨੂੰ ਗਰੂਰ ਸੀ ਆਪਣੇ ਲਸ਼ਕਰ ਤੇ, ਤੈਨੂੰ ਮਾਣ ਸੀ ਆਪਣੇ ਧਨ ਦੌਲਤ ਤੇ, ਪਰ ਉਹ ਸਾਰਾ ਮੈਂ ਚਕਨਾ ਚੂਰ ਕਰ ਦਿੱਤਾ ਹੈ। ਕਹੇ ਪ੍ਰਸੰਗ ਅਨੇਕ ਤਸ ਸੁਣ ਮੂੜ ਅਚੇਤਾ। ਕਹਿਣ ਲੱਗੇ ਇਸ ਤਰ੍ਹਾਂ ਗੁਰਦੇਵ ਪਿਤਾ ਮਹਾਰਾਜ ਨੇ ਕਿਹਾ, ਹੇ ਮੂੜ, ਹੇ ਮੂਰਖ, ਆਪਣੇ ਜੀਵਨ ਨੂੰ ਵਿਚਾਰ। ਉਹਨੂੰ ਮੂਰਖ ਤੱਕ ਸਤਿਗੁਰਾਂ ਨੇ ਸ਼ਬਦ ਲਿਖ ਦਿੱਤੇ। ਕੁਸ਼ਕ ਕਥਾ ਲਿਖ ਆਪਣੀ ਸਨਮੁਖ ਨੋ ਰੰਗੇ। ਤੇ ਗੁਰਦੇਵ ਪਿਤਾ ਮਹਾਰਾਜ ਨੇ ਕੁਝ ਕੁ ਆਪਣੀ ਕਥਾ ਲਿਖੀ ਵੀ ਅਸੀਂ ਬੜੇ ਚੁੱਪ ਤੇ ਸ਼ਾਂਤੀ ਨਾਲ ਇੱਕ ਥਾਂ ਤੇ ਵਸਦੇ ਸਾਂ, ਕਿਸੇ ਦੇ ਨਾਲ ਸਾਡਾ ਕੋਈ ਰੌਲਾ ਨਹੀਂ, ਨਾ ਜ਼ਰ ਦਾ, ਨਾ ਜ਼ੋਰੂ ਦਾ, ਨਾ ਜ਼ਮੀਨ ਦਾ। ਪਰ ਤੇਰੇ ਲੋਕ ਹੰਕਾਰ ਵਸ ਹੋ ਕਰਕੇ, ਈਰਖਾ ਵਸ ਹੋ ਕਰਕੇ ਉਹ ਸਾਡੇ ਤੇ ਹਮਲਾ ਕਰਨ ਆ ਗਏ। ਜਿਸ ਪੜਨੇ ਤੇ ਜਾਣ ਹੈ ਮੈਂ ਕੀਨ ਕੁਟੰਗੇ। ਇਹ ਸਾਰਾ ਕੁਝ ਸਤਿਗੁਰਾਂ ਨੇ ਲਿਖਿਆ ਜਿਹਦੇ ਤੋਂ ਉਹਨੂੰ ਪਤਾ ਲੱਗ ਜਾਏ ਪੜ੍ਹ ਕੇ ਕਿ ਮੈਂ ਕਿਵੇਂ ਦੀ ਕੁਟੰਗ ਨੀਤੀ ਵਰਤੀ ਹੈ। ਜਿਵੇਂ ਦਾ ਬਾਦਸ਼ਾਹ ਜਥਾ ਰਾਜਾ ਤਥਾ ਪ੍ਰਜਾ, ਜਿਵੇਂ ਦਾ ਉਹ ਆਪ ਸੀ ਉਵੇਂ ਦੇ ਉਹਦੇ ਅਹਿਲਕਾਰ ਸਨ। ਅਨਿਆਂਕਾਰੀ ਸੀ ਤੇ ਉਹ ਸਾਰੇ ਅੱਗੇ ਵੀ ਅਨਿਆਂਕਾਰੀ ਹੀ ਸਨ। ਪਾਤਸ਼ਾਹੋ ਪ੍ਰਭ ਨੇ ਕਰੇ ਜਿਨ ਧਰਮ ਦਿਰੜਾਏ। ਇਸ ਤਰ੍ਹਾਂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਤਸ਼ਾਹੋ ਪ੍ਰਭ ਨੇ ਕਰੇ, ਇਹ ਪਾਤਸ਼ਾਹ ਰੱਬ ਨੇ ਬਣਾਏ ਨੇ। ਔਰੰਗਜ਼ੇਬ, ਬਾਦਸ਼ਾਹੀਆਂ ਪਰਮਾਤਮਾ ਨੇ ਦਿੱਤੀਆਂ ਨੇ ਤੇ ਤੂੰ ਸਦਾ ਬਾਦਸ਼ਾਹ ਬਣ ਕੇ ਨਹੀਂ ਰਹਿਣਾ। ਇਹ 4 ਦਿਨਾਂ ਦੀ ਬਾਦਸ਼ਾਹਤ ਹੈ, ਪਰ ਇਹਦੇ ਵਿੱਚ ਜਿਨ੍ਹਾਂ ਜ਼ੁਲਮ ਕਮਾਏ, ਸਿਤਮ ਕਮਾਏ, ਉਹ ਝੂਠੇ ਬਾਦਸ਼ਾਹ ਝੜ ਜਾਂਦੇ ਹਨ। ਕੇਤਕ ਗਿਣਹੁ ਜਗਤ ਮੈਂ ਜਸ ਧਰਮ ਕਮਾਏ। ਕਹਿੰਦੇ ਦੇਖੋ ਹਾਂ ਜਗਤ ਸੰਸਾਰ ਵਿੱਚ ਕਿੰਨੇ ਕੁ ਬਾਦਸ਼ਾਹ ਰਹੇ, ਕਿੰਨਿਆਂ ਕੁ ਨੇ ਜੀਵਨ ਬਤੀਤ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਅਸੀਂ ਅੰਮ੍ਰਿਤ ਵੇਲੇ ਪੜ੍ਹਦੇ ਹਾਂ, ਸਵਈਆਂ ਦੀ ਬਾਣੀ, ਜਿਹਦੇ ਵਿੱਚ ਗੁਰਦੇਵ ਪਿਤਾ ਮਹਾਰਾਜ ਨੇ ਚੱਕਰਵਰਤੀ ਰਾਜਿਆਂ ਦਾ ਜ਼ਿਕਰ ਕੀਤਾ ਵੀ ਦੁਨੀਆ ਵਿੱਚ ਉਹ ਹੋ ਕੇ ਚਲੇ ਗਏ ਜਿਨ੍ਹਾਂ ਕੋਲ ਪਤਾ ਹੀ ਨਹੀਂ ਕੀ ਕੁਝ ਸੀ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਕਹਿੰਦੇ ਜਿਨ੍ਹਾਂ ਦੀਆਂ ਦਰਸ਼ਨੀ ਦਿਉੜੀਆਂ ਤੇ ਹਾਥੀ ਮਸਤੇ ਝੂਲਦੇ ਸਨ, ਜਿਨ੍ਹਾਂ ਕੋਲ ਕਰੋੜਾਂ ਨਸਲਾਂ ਦੇ ਘੋੜੇ ਸਨ, ਜਿਹੜੇ ਪਵਨ ਦੇ ਨਾਲ ਗੱਲਾਂ ਕਰਦੇ ਸਨ, ਪੌਣ ਦੇ ਨਾਲ ਜਿਹੜੇ ਗੱਲਾਂ ਕਰਦੇ ਸਨ, ਤੇ ਹਿਰਨਾਂ ਵਾਂਗੂ ਜਿਹੜੇ ਦੌੜਦੇ ਸਨ, ਜਿਨ੍ਹਾਂ ਦੇ ਕੋਲ ਭਾਰੀ ਭੁਜਾਵਾਂ ਵਾਲੇ ਅੰਗ ਰਕਸ਼ਕ ਸਨ। ਕਹਿੰਦੇ ਐਸੇ ਵੱਡੇ ਵੱਡੇ ਰਾਜੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ। ਕਹਿੰਦੇ ਏਡੇ ਏਡੇ ਰਾਜੇ ਵੀ ਹੋ ਗਏ ਤੇ ਕੀ ਹੋਇਆ, ਉਹਨਾਂ ਦਾ ਨਤੀਜਾ ਕੀ ਹੈ, ਉਹਦਾ ਰਿਜ਼ਲਟ ਕੀ, ਉਹਦਾ ਅੰਤ ਕੀ ਹੈ ਕਿ ਨਾਂਗੇ ਹੀ ਇਸ ਜਗਤ ਸੰਸਾਰ ਤੋਂ ਉਹ ਕੂਚ ਕਰ ਗਏ। ਜੋ ਉਹਨਾਂ ਜ਼ੁਲਮ ਕੀਤੇ, ਉਹ ਸਿਤਮ ਕੀਤੇ, ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਨੂੰ ਦੇਣਾ ਪਏਗਾ। ਤੂੰ ਨੋ ਰੰਗ ਪਾਤਸ਼ਾਹੋ ਸੁਣ ਪਾਤਸ਼ਾਹੀ ਬੈਠਾ। ਗੁਰਦੇਵ ਜੀ ਕਹਿਣ ਲੱਗੇ ਤੂੰ ਨੌਰੰਗ ਬਣ ਕੇ, ਔਰੰਗ ਬਣ ਕੇ ਪਾਤਸ਼ਾਹੀ ਦੇ ਤਖਤ ਤੇ ਬੈਠਾ ਹੈ। ਚਾਹੀਏ ਧਰਮ ਕਮਾਵਨੋ ਕੀਏ ਪਾਪ ਇਕੱਠਾ। ਤੇ ਬਾਦਸ਼ਾਹ ਨੂੰ ਚਾਹੀਦਾ ਧਰਮ ਕਮਾਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਬਚਨ ਕੀਤੇ ਨੇ, ਉਹਨਾਂ ਗੁਰਦੇਵ ਜੀ ਨੇ ਸਾਰਿਆਂ ਦੀ ਗੱਲ ਕੀਤੀ ਹੈ ਕਿ ਬ੍ਰਾਹਮਣ ਨੂੰ ਕੀ ਕਰਨਾ ਚਾਹੀਦਾ ਹੈ, ਬਾਦਸ਼ਾਹ ਨੂੰ ਕੀ ਕਰਨਾ ਚਾਹੀਦਾ ਹੈ, ਸੇਵਕ ਨੂੰ ਕੀ ਕਰਨਾ ਚਾਹੀਦਾ ਹੈ, ਰਾਜੇ ਨੂੰ ਕੀ ਕਰਨਾ ਚਾਹੀਦਾ ਹੈ। ਰਾਜੇ ਚੁਲੀ ਨਿਆਓਗੇ, ਕਹਿੰਦੇ ਪਾਣੀ ਨਾਲ ਲੋਕ ਚੁਲੀ ਕਰਦੇ ਨਾ, ਵੀ ਮੂੰਹ ਸੁੱਚਾ ਕੀਤਾ ਜਾਂਦਾ ਚੁਲੀ ਕਰਕੇ ਕੁਝ ਖਾਣ ਤੋਂ ਬਾਅਦ। ਕਹਿੰਦੇ ਮੂੰਹ ਦੀਆਂ ਚੁਲੀਆਂ ਕਰਨ ਦੇ ਨਾਲ ਜੀਵਨ ਸੁੱਚਾ ਨਹੀਂ ਹੋ ਜਾਂਦਾ। ਜੇ ਕੋਈ ਰਾਜਾ ਹੈ ਉਹਦੇ ਲਈ ਚੁਲੀ ਕੀ ਹੈ ਕਿ ਉਹ ਆਪਣੇ ਜੀਵਨ ਦੇ ਅੰਦਰ ਨਿਆਂ ਕਰੇ, ਧਰਮ ਕਮਾਏ। ਰਾਜੇ ਚੁਲੀ ਨਿਆਉ ਕੀ, ਜੇ ਨਿਆਂ ਕਰੇਗਾ ਤੇ ਉਹ ਸੁੱਚਾ ਰਾਜਾ ਹੋਏਗਾ। ਜੇ ਉਹ ਨਿਆਂ ਨਹੀਂ ਕਰਦਾ ਤੇ ਪਾਣੀ ਦੀਆਂ ਚੁਲੀਆਂ ਕਰੀ ਜਾਂਦਾ, ਕਹਿੰਦੇ ਇਹ ਸਭ ਦੰਭ ਹੈ, ਉਹਦੇ ਜੀਵਨ ਦੀ ਝੂਠ ਕਦੀ ਉਤਰ ਨਹੀਂ ਸਕਦੀ। ਖਾਲਕ ਕੀ ਦਰਗਾਹ ਮੈਂ ਮੋਹ ਕਿਆ ਲੈ ਜਾਵਹਿ। ਐਸੇ ਬੰਦੇ ਫਿਰ ਰੱਬ ਦੀ ਦਰਗਾਹ ਵਿੱਚ ਕੀ ਮੂੰਹ ਲੈ ਕੇ ਜਾਣਗੇ, ਜਿਨ੍ਹਾਂ ਨੇ ਜਗਤ ਸੰਸਾਰ ਦੇ ਅੰਦਰ ਧਰਮ ਨਹੀਂ ਕਮਾਇਆ, ਸੱਚ ਦਾ ਸਾਥ ਨਹੀਂ ਦਿੱਤਾ, ਸੱਚ ਤੇ ਪਹਿਰਾ ਨਹੀਂ ਦਿੱਤਾ। ਐਸੇ ਲੋਕ ਖਾਲਕ ਦੀ ਦਰਗਾਹ ਦੇ ਅੰਦਰ ਕਿਵੇਂ ਆਪਣਾ ਚਿਹਰਾ ਵਿਖਾਵਣਗੇ। ਭਲਾ ਬੁਰਾ ਜੋ ਤੂੰ ਕੀਆ ਸੋ ਸੰਗ ਸਿਧਾਵੈ। ਜੋ ਤੂੰ ਭਲਾ ਤੇ ਬੁਰਾ ਕੀਤਾ ਹੈ, ਇਹ ਕਰਮ ਤੇਰੇ ਨਾਲ ਜਾਣੇ ਨੇ, ਸੰਗ ਸਿਧਾਵੈ।
ਤੇਰੇ ਨਾਲ ਖੁਦਾ ਦੀ ਦਰਗਾਹ ਵਿੱਚ ਜਾਵਣਗੇ। ਪਹਿਲਾ ਲਿਖਿਆ ਮਿਲਨ ਕੋ ਦਿਲ ਦਗਾ ਕਮਾਵਿਆ। ਸਤਿਗੁਰੂ ਜੀ ਕਹਿਣ ਲੱਗੇ ਤੂੰ ਪਹਿਲਾਂ ਲਿਖਿਆ ਵੀ ਤੁਹਾਨੂੰ ਅਸੀਂ ਮਿਲਾਂਗੇ। ਜਦੋਂ ਔਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਐਲ ਕਰ ਗਏ ਨਾ, ਕੁਰਾਨ ਦੀਆਂ ਕਸਮਾਂ ਖਾਧੀਆਂ, ਗੀਤਾ ਦੀਆਂ ਕਸਮਾਂ ਖਾਧੀਆਂ ਪਹਾੜੀਆਂ ਨੇ, ਤੇ ਕਿਹਾ ਵੀ ਔਰੰਗਜ਼ੇਬ ਤੁਹਾਨੂੰ ਮਿਲੇਗਾ, ਤੁਸੀਂ ਇੱਕ ਵਾਰੀ ਕਿਲਾ ਤਿਆਗ ਦਿਓ। ਫਿਰ ਦਾਦਾ ਜੀ ਕਹਿੰਦੇ ਫਿਰ ਤੁਸੀਂ ਦਗਾ ਕਮਾ ਗਏ, ਝੂਠ ਬੋਲਿਆ, ਆਪਣੇ ਈਮਾਨ ਤੇ ਤੁਸੀਂ ਦ੍ਰਿੜ ਨਹੀਂ ਰਹੇ। ਫੌਜਾਂ ਚਾੜ ਅਗਿੰਤ ਹੀ ਘੇਰਾ ਕਰਵਾਇਆ। ਅਗਿਣਤ ਹੀ ਫੌਜਾਂ ਚਾੜ ਕੇ ਤੁਸੀਂ ਘੇਰਾ ਪਵਾ ਦਿੱਤਾ। ਪਹਿਲਾਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ, ਫਿਰ ਚਮਕੌਰ ਦੀ ਧਰਤੀ ਨੂੰ। ਕਿਆ ਇਨਸਾਫੀ ਤੁਝ ਕਰੀ ਕਰ ਮਨ ਅਭਿਮਾਨਾ। ਹੇ ਮੂੜ ਅਭਿਮਾਨੀ ਮਨ ਦੇ ਬੰਦੇ, ਤੂੰ ਬਾਦਸ਼ਾਹ ਹੈ, ਦੇਖ ਆਪਣੇ ਅੰਦਰ ਗਹਿਰਾਈ ਵਿੱਚ ਜਾ ਕਿ ਤੂੰ ਇਹ ਇਨਸਾਫ ਕੀਤਾ ਹੈ। ਰਾਜੇ ਨੂੰ, ਬਾਦਸ਼ਾਹ ਨੂੰ ਇਹ ਬਾਤਾਂ ਸ਼ੋਭਦੀਆਂ ਹਨ। ਝੂਠਾ ਪੜੈ ਕੁਰਾਨ ਤੂੰ ਨਹੀਂ ਅਮਲ ਕਮਾਨਾ। ਤੇ ਤੂੰ ਝੂਠ ਪੜਦਾ ਹੈ, ਤੂੰ ਨਿਤ ਕਹਿਣਾ ਵੀ ਮੈਂ ਕੁਰਾਨ ਦੀਆਂ ਆਇਤਾਂ ਪੜਨਾ ਹੈ। ਇਹਦੇ ਜੀਵਨ ਦੀਆਂ ਘਟਨਾ ਨੇ ਕਿ ਇਹ ਵਾਣ ਵੱਟ ਕੇ ਉਸ ਵਾਣ ਤੋਂ ਜੋ ਪੈਸਾ ਧਨ ਮਿਲਦਾ ਸੀ ਉਹਦੇ ਨਾਲ ਇਹ ਰੋਟੀ ਖਾਂਦਾ ਸੀ, ਪੇਟ ਭਰਦਾ ਸੀ। ਇਹ ਕਹਿੰਦਾ ਸੀ ਮੈਂ ਬਾਦਸ਼ਾਹ ਦੀ ਜਿਤਨੀ ਵੀ ਜ਼ਰ ਹੈ, ਧਨ ਦੌਲਤ ਹੈ, ਉਹਦੇ ਚੋਂ ਆਪਣਾ ਗੁਜ਼ਾਰਾ ਨਹੀਂ ਕਰਦਾ, ਮੈਂ ਆਪਣੇ ਹੱਥੀਂ ਕਿਰਤ ਕਰਕੇ ਖਾਨਾ। ਪਰ ਗੁਰਦੇਵ ਜੀ ਕਹਿਣ ਲੱਗੇ ਤੂੰ ਦਿਖਾਣ ਨੂੰ ਕੁਝ ਹੋਰ ਹੈ ਤੇ ਅੰਦਰ ਤੇਰੇ ਕੁਝ ਹੋਰ ਚੱਲਦਾ। ਤੂੰ ਬੇਈਮਾਨ ਹੈ, ਤੂੰ ਆਪਣੇ ਆਪ ਨੂੰ ਕੁਰਾਨ ਦਾ ਗਿਆਤਾ ਸਮਝਣਾ ਹੈ, ਕੁਰਾਨ ਦਾ ਪ੍ਰਚਾਰਕ ਸਮਝ ਲੈ, ਇਸਲਾਮ ਦਾ ਆਪਣੇ ਆਪ ਨੂੰ ਸਿਤੰਭ ਸਮਝਦਾ ਹੈ। ਪਰ ਹਕੀਕਤ ਵਿੱਚ ਨਾ ਤੈਨੂੰ ਧਰਮ ਦਾ ਪਤਾ ਹੈ, ਨਾ ਤੈਨੂੰ ਖੁਦਾ ਦਾ ਪਤਾ ਹੈ, ਤੇ ਨਾ ਤੈਨੂੰ ਕੁਰਾਨ ਦਾ ਹੀ ਪਤਾ ਹੈ। ਬਸ ਤੂੰ ਪੜ੍ਹਨਾ ਜਾਣਦਾ ਹੈ, ਉਸ ਦੇ ਉੱਤੇ ਜੀਵਨ ਨਹੀਂ ਤੋਰਦਾ। ਜੇ ਤੂੰ ਕਹੇ ਕਿ ਸੰਗ ਮਾਮਾ ਇਨਸਾਫ ਕਮਾਈ। ਜੇ ਤੂੰ ਕਹੇ ਕਿ ਮੇਰੇ ਨਾਲ, ਸਾਡੇ ਨਾਲ ਤੂੰ ਇਨਸਾਫ ਕਮਾਇਆ ਹੈ, ਸੋ ਸੁਣਦੇ ਕਰ ਕਾਣ ਕੋ ਸਭ ਕਹੋਂ ਬਣਾਈ। ਤੇ ਸਤਿਗੁਰੂ ਜੀ ਕਹਿੰਦੇ ਕੰਨ ਲਾ ਕੇ ਮੇਰੀ ਵਾਰਤਾ ਸੁਣ, ਮੈਂ ਤੈਨੂੰ ਸਾਰਾ ਕੁਝ ਅੱਜ ਸਾਫ਼-ਸਾਫ਼ ਦੱਸ ਦੇਣਾ ਚਾਹੁੰਦਾ ਹਾਂ। ਏਕ ਸਿਲਾ ਪਰ ਬਸਤ ਥੋ ਕਿਸ ਗ੍ਰਾਮ ਨਾ ਰੋਕਾ। ਕਹਿ ਲਗੇ ਦੱਸ ਮੇਰੇ ਨਾਲ ਕਿਉਂ ਝਗੜਾ ਪਾਇਆ। ਏਕ ਸਿਲਾ ਪਰ ਬਸਤ ਥੋ ਕਿਸ ਗ੍ਰਾਮ ਨਾ ਰੋਕਾ। ਗੁਰੂ ਸਾਹਿਬ ਕਹਿੰਦੇ ਮੈਂ ਇੱਕ ਪੱਥਰ ਤੇ ਪਹਾੜ ਤੇ ਏਰੀਏ ਵਿੱਚ ਰਹਿੰਦਾ ਸਾਂ। ਕਹਿਲੂਰ ਦਾ ਰਾਜ ਸੀ, ਕਹਿਲੂਰ ਦੀ ਰਿਆਸਤ ਸੀ। ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਧੋਦਾਸ ਦਤਾਰ ਪਿਤਾ ਮਹਾਰਾਜ ਨੇ ਉਹ ਥਾਂ ਇਲਾਕਾ ਖਰੀਦਿਆ। ਮਾਖੋ ਦਾਇਤ ਦੇ ਨਾਂ ਤੇ ਉਹ ਨਗਰ ਸੀ। ਉੱਥੇ ਗੁਰੂ ਸਾਹਿਬ ਨੇ ਉਹ ਇਲਾਕਾ ਕਹਿਲੂਰ ਦੀ ਰਾਣੀ ਕੋਲੋਂ ਖਰੀਦਿਆ, ਧਨ ਦਿੱਤਾ, ਬਕਾਇਦਾ ਜ਼ਮੀਨ ਖਰੀਦੀ, ਤੇ ਉੱਥੇ ਸਤਿਗੁਰਾਂ ਨੇ ਆਪਣਾ ਨਗਰ ਵਸਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਔਰੰਗਜ਼ੇਬ ਤੂੰ ਮੇਰੇ ਥਾਂ ਤੇ ਮੇਰੀ ਜ਼ਮੀਨ ਤੇ ਆ ਕਰਕੇ ਸਾਨੂੰ ਹੀ ਆਪਣੀ ਜ਼ਮੀਨ ਤੋਂ ਬੇਗਾਨਾ ਕਰਨ ਦੀ ਗੱਲ ਕਰਨ ਲੱਗਾ। ਮੈਂ ਕਿਸੇ ਦਾ ਨਗਰ ਨਹੀਂ ਰੋਕਿਆ, ਕਿਸੇ ਦਾ ਰਾਜ ਨਹੀਂ ਖੋਇਆ। ਆਪਣੇ ਇਲਾਕੇ ਵਿੱਚ ਪਿਤਾ ਵੱਲੋਂ ਮਿਲੀ ਹੋਈ ਥਾਂ ਤੇ ਉੱਤੇ ਬੈਠ ਕੇ ਅਸੀਂ ਪਰਮਾਤਮਾ ਵਾਹਿਗੁਰੂ ਦੇ ਸ਼ੁਕਰ ਵਿੱਚ ਜੁੜੇ ਹੋਏ ਸਾਂ। ਦੇਸ਼ ਮੁਲਕ ਨੇ ਰੋਕਿਆ ਬਿਨ ਦਾਵੇ ਓਕਾ। ਕਹਿਣ ਲੱਗੇ ਕਿਸੇ ਦਾ ਕੋਈ ਦਾਵਾ ਨਹੀਂ ਕੀਤਾ, ਕਿਸੇ ਮੁਲਕ ਦਾ ਦਾਵਾ ਨਹੀਂ ਵੀ ਅਸੀਂ ਤੁਹਾਨੂੰ ਜਿੱਤਣਾ ਹੈ, ਮਾਰਨਾ ਹੈ। ਕੋਈ ਮੁਲਕ ਦੇ ਨਾਲ ਕੋਈ ਜੰਗ ਨਹੀਂ, ਕੋਈ ਯੁੱਧ ਨਹੀਂ। ਆਰਾਮ ਦੇ ਨਾਲ ਪਰਮਾਤਮਾ ਦੀ ਬੰਦਗੀ ਵਿੱਚ ਸਮਾਂ ਬਤੀਤ ਕੀਤਾ ਹੈ। ਇਸ ਕੋ ਦਿਆ ਨਾ ਖਾਵਤੋ ਪ੍ਰਭ ਦੇਹ ਸੁਖਾਵੋ। ਨਾ ਤੁਹਾਡੇ ਤੋਂ ਕਦੀ ਕੁਝ ਮੰਗਿਆ, ਨਾ ਤੁਹਾਨੂੰ ਕਦੀ ਕੁਝ ਦਿੱਤਾ। ਇਨਸਾਨ ਦਾ, ਬੰਦੇ ਦਾ ਨਾ ਕੁਝ ਅਸੀਂ ਕਦੀ ਉਹਦੇ ਤੋਂ ਮੰਗ ਕੀਤੀ ਕਿ ਬਾਦਸ਼ਾਹ ਕੋਲ ਕੁਝ ਮੰਗਿਆ ਜਾਏ, ਰਾਜੇ ਕੋਲ ਕੁਝ ਮੰਗਿਆ ਜਾਏ। ਉਸ ਅਕਾਲ ਪੁਰਖ ਦੀ ਰਜਾ ਵਿੱਚ ਹੀ ਸਮਾਂ ਬਤੀਤ ਕੀਤਾ ਹੈ। ਏਕ ਅਕਾਲ ਅਰਾਧ ਤੋ ਕਿਸ ਕੋ ਨਾ ਦਿਖਾਵੋ। ਸਤਿਗੁਰੂ ਜੀ ਕਹਿਣ ਲੱਗੇ ਇੱਕ ਅਕਾਲ ਪੁਰਖ ਦੀ ਅਸੀਂ ਅਰਾਧਨਾ ਕੀਤੀ ਹੈ, ਇੱਕ ਪਰਮਾਤਮਾ ਦੇ ਸ਼ੁਕਰ ਵਿੱਚ ਹੀ ਅਸੀਂ ਰਹੇ ਹਾਂ। ਕਿਸੇ ਦਾ ਦਿਲ ਨਹੀਂ ਦੁਖਾਇਆ, ਕਿਸੇ ਨੂੰ ਮਾੜਾ ਨਹੀਂ ਕਿਹਾ, ਕਿਸੇ ਨਾਲ ਧੱਕਾ ਨਹੀਂ ਕੀਤਾ। ਪ੍ਰਥਮ ਬਾਪ ਮਮ ਕੈਦ ਕਰ ਦੀਨੋ ਮਰਵਾਈ। ਪਰ ਤੁਸਾਂ ਨੇ ਫਿਰ ਵੀ ਮੇਰੇ ਨਾਲ ਜ਼ੁਲਮ ਦੀ ਇੰਤਹਾ ਕੀਤੀ। ਸਭ ਤੋਂ ਪਹਿਲਾਂ ਮਮ ਬਾਪ ਕੋ ਭਾਵ ਮੇਰੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੈਦ ਕੀਤਾ। ਮੇਰੇ ਪਿਤਾ ਦੂਸਰੇ ਧਰਮ ਨੂੰ ਬਚਾਉਣ ਹਿੱਤ, ਜ਼ੁਲਮ ਨੂੰ ਠੱਲਣ ਹਿੱਤ ਉਹਨਾਂ ਨੇ ਆਪਣੀ ਕੁਰਬਾਨੀ, ਆਪਣਾ ਬਲੀਦਾਨ ਦੇ ਦਿੱਤਾ। ਐਸੀ ਦਗੇ ਬਹਾਦਰੀ ਕਰ ਮਨ ਗਰਬਾਈ। ਕਹਿੰਦੇ ਤੁਸੀਂ ਇਸੇ ਨੂੰ ਬਹਾਦਰੀ ਸਮਝ ਲਿਆ। ਜ਼ੁਲਮ ਕਰਨ ਵਾਲਾ ਜਦੋਂ ਜ਼ੁਲਮ ਕਰੀ ਜਾਂਦਾ ਨਾ ਉਹਦੇ 'ਚ ਹੋਰ ਗਰਬੀ ਜਾਂਦਾ ਵੀ ਮੈਂ ਬਹੁਤ ਮਹਾਨ ਹਾਂ, ਬਹੁਤ ਵੱਡਾ ਹਾਂ। ਕਹਿੰਦੇ ਤੁਸੀਂ ਜ਼ੁਲਮ ਕਰ ਕਰਕੇ ਹੋਰ
ਅਹੰਕਾਰੀ ਹੁੰਦੇ ਗਏ। ਜੈਸਾ ਬੇਇਨਸਾਫ ਤੂੰ ਤੈਸੇ ਸਭ ਰਾਜੇ। ਜਿਵੇਂ ਦਾ ਤੂੰ ਬੇਇਨਸਾਫ ਉਵੇਂ ਦੇ ਤੇਰੇ ਰਾਜੇ ਬੇਇਨਸਾਫ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਲ ਤੇ ਇੰਨੀ ਬੇਇਨਸਾਫੀ ਪਹਾੜੀ ਰਾਜਿਆਂ ਨੇ ਕੀਤੀ। ਸਭ ਤੋਂ ਪਹਿਲਾ ਜੰਗ ਵੈਸੇ ਗੁਰੂ ਸਾਹਿਬ ਜੀ ਦਾ ਪਹਾੜੀ ਰਾਜਿਆਂ ਨਾਲ ਹੀ ਹੋਇਆ, ਜਿਹਨੂੰ ਅਸੀਂ ਭੰਗਾਨੀ ਦਾ ਜੰਗ ਕਹਿੰਦੇ ਹਾਂ। ਬੜੀ ਕਮਾਲ ਦੀ ਦਾਸਤਾਨ ਹੈ ਭੰਗਾਨੀ ਦੇ ਯੁੱਧ ਦੀ ਵੀ। ਭੀਮ ਚੰਦ ਰਾਜੇ ਦੀ ਅਗਵਾਈ ਵਿੱਚ 22 ਧਾਰ ਰਾਜੇ ਆਏ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਜੰਗ ਮਚਾਇਆ। ਸਤਿਗੁਰੂ ਜੀ ਨੂੰ ਜੰਗ ਜਿੱਤਿਆ, ਪਹਿਲਾ ਜੰਗ। ਉਸ ਤੋਂ ਬਾਅਦ ਦਿੱਲੀ ਤੋਂ ਜਦੋਂ ਪਹਾੜੀ ਰਾਜੇ ਔਰੰਗਜ਼ੇਬ ਦੀ ਦਿੱਲੀ ਬਾਦਸ਼ਾਹੀ ਦੇ ਮਾਤਹਿਤ ਸਨ ਨਾ, ਇਹਨਾਂ ਕੋਲ ਟੈਕਸ ਨਾ ਭਰੇ ਗਏ, ਉਗਰਾਹੀਆਂ ਨਾ ਦਿੱਤੀਆਂ ਗਈਆਂ, ਤੇ ਔਰੰਗਜ਼ੇਬ ਦਾ ਇੱਕ ਜਰਨੈਲ ਪਹਾੜੀ ਰਾਜਿਆਂ ਨੂੰ ਜਿੱਤਣ ਵਾਸਤੇ ਦਿੱਲੀ ਤੋਂ ਚੜਿਆ। ਇਹਨਾਂ ਨੂੰ ਕੁਝ ਹੋਰ ਨਹੀਂ ਸੁਝਿਆ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਏ ਕਿ ਸਾਨੂੰ ਤੁਸੀਂ ਬਚਾ ਸਕਦੇ ਹੋ। ਗੁਰੂ ਸਾਹਿਬ ਨਾਲ ਜੰਗ ਕੀਤਾ ਪਹਿਲਾਂ ਇਹਨਾਂ, ਪਰ ਦਤਾਰ ਨਿਰਵੈਰ ਸਤਿਗੁਰੂ ਜੀ ਵੇਖੋ ਫਿਰ ਵੀ ਬਿਰਧ ਪਾਲਿਆ, ਸ਼ਰਨ ਆਏ ਤੇ ਸਤਿਗੁਰਾਂ ਨੇ ਕਿਹਾ ਨਹੀਂ ਕੋਈ ਵਾਰਤਾ ਨਹੀਂ, ਫਿਰ ਵੀ ਤੁਸੀਂ ਸਾਡੇ ਗੁਆਂਢੀ ਰਾਜੇ ਹੋ, ਅਸੀਂ ਤੁਹਾਡੀ ਮਦਦ ਕਰਾਂਗੇ। ਇਹਨਾਂ ਵੱਲ ਹੋ ਕੇ ਸਤਿਗੁਰਾਂ ਨੇ ਔਰੰਗਜ਼ੇਬ ਦੇ ਜਰਨੈਲ ਨਾਲ ਜੰਗ ਕੀਤਾ, ਦੂਜੀ ਜੰਗ ਜਿਹਨੂੰ ਨਦਾਉਣ ਦੀ ਜੰਗ ਅਸੀਂ ਕਹਿੰਦੇ ਆ, ਇਹਨਾਂ ਨੂੰ ਬਚਾਉਣ ਖਾਤਰ। ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਵੀ ਤੁਸੀਂ ਤਾਂ ਜੰਗ ਕਰਨ ਵਾਲੇ ਪਹਿਲਾਂ ਸਾਡੇ ਨਾਲ ਕੀਤਾ ਹੈ, ਸਾਡੇ ਬਾਬਤ ਹੀ ਤੁਸੀਂ ਘੜਤਾਂ ਘੜੀਆਂ ਨੇ। ਪਰ ਸਤਿਗੁਰਾਂ ਨੇ ਸ਼ਰਨ ਆਇਆਂ ਦੀ ਲੱਜ ਰੱਖੀ, ਪਰ ਉਹ ਫਿਰ ਦੁਬਾਰਾ ਔਰੰਗਜ਼ੇਬ ਨਾਲ ਹੀ ਜਾ ਰਲੇ, ਔਰੰਗਜ਼ੇਬ ਦੇ ਜਾ ਕਰਕੇ ਕੰਨ ਭਰਦੇ ਰਹੇ। ਸੋ ਗੁਰੂ ਸਾਹਿਬ ਕਹਿਣ ਲੱਗੇ ਜੈਸਾ ਤੂੰ ਵੈਸੇ ਹੀ ਤੇਰੇ ਪਹਾੜੀ ਰਾਜੇ ਜਿਹੜੇ ਤੇਰੀ ਸ਼ਰਨ ਵਿੱਚ ਰਹਿੰਦੇ ਸਨ, ਜਿਵੇਂ ਤੂੰ ਜ਼ੁਲਮ ਕਮਾਨਾ ਸੈ, ਬੇਇਨਸਾਫੀਆਂ ਕਰਦਾ ਸੈਂ, ਵੈਸੇ ਉਹ ਕਰਦੇ ਸਨ। ਸਿੱਖ ਸੰਗਤ ਮਮ ਮਾਰ ਕਰ ਬਹੁ ਕੀਣ ਅਕਾਜੇ। ਤੁਸੀਂ ਕੀ ਅਕਾਜ ਕੀਤਾ, ਕੁਕਰਮ ਕੀਤਾ ਕਿ ਮੇਰੇ ਸਿੱਖਾਂ ਨੂੰ ਮਾਰਿਆ, ਮੇਰੇ ਬੱਚਿਆਂ ਨੂੰ ਮਾਰਿਆ, ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ, ਮਾਰਿਆ ਗਿਆ। ਕੀ ਹੋਇਆ ਜੇ ਤੂੰ ਮੇਰੇ 4 ਬੱਚੇ ਸ਼ਹੀਦ ਕਰ ਦਿੱਤੇ? ਗੁਰੂ ਸਾਹਿਬ ਨੇ ਜਫਰਨਾਮੇ ਵਿੱਚ ਬਚਨ ਕਹੇ, ਗੁਰਸ਼ਨਹਿ ਚਿਕਾਰੇ ਕੁਨੰਦ ਚਹਿਲ ਨਰ, ਕਿ ਕੀ ਹੋਇਆ ਜੇ 40 ਸਿੰਘਾਂ ਨੂੰ ਮਾਰਿਆ, 4 ਬੱਚਿਆਂ ਨੂੰ ਮਾਰਿਆ, ਮੇਰਾ ਅਜੇ ਕੁੰਡਲੀਆ ਸੱਪ ਜਿਹੜਾ ਖਾਲਸਾ ਹੈ ਨਾ, ਉਹ ਕੁੰਡਲ ਮਾਰ ਕੇ ਬੈਠਾ। ਜਿਸ ਦਿਨ ਉਸਨੇ ਫਨ ਖਿਲਾਰਿਆ ਉਹ ਤੈਨੂੰ ਆਪਣੇ ਫਨ ਦੇ ਥੱਲੇ ਦੱਬ ਕੇ ਮਾਰ ਦੇਵੇਗਾ। ਸਿੱਖਣੀਆਂ ਗਣ ਹਣ ਦਈ ਬਹੁ ਲੂਟ ਖਜ਼ਾਨੇ। ਕਹਿੰਦੇ ਇੰਨਾ ਕੁਝ ਤੁਸਾਂ ਨੇ ਕੁਕਰਮ ਕੀਤੇ, ਉਪਦਰਵ ਕੀਤੇ ਕਿ ਸਾਡੇ ਖਾਲਸੇ ਨੂੰ, ਸਿੱਖ ਸੰਗਤ ਨੂੰ ਤੁਸੀਂ ਧੱਕੇ ਦੇ ਨਾਲ ਉਹਨਾਂ ਤੇ ਜ਼ੁਲਮ ਕੀਤੇ, ਸ਼ਸਤਰ ਚਲਾਏ। ਬੇਇਨਸਾਫੀ ਇਹ ਕਰੀ ਮਨ ਸਮਝ ਇਹ ਆਨੇ। ਕਹਿ ਲੱਗੇ ਇਆਨ ਮਤ ਦੇ ਨਾਲ ਤੁਸੀਂ ਇਹ ਬੇਇਨਸਾਫੀ ਕੀਤੀ, ਬੇਈਮਾਨੀ ਕੀਤੀ, ਅਤਿਆਚਾਰ ਕੀਤੇ। ਬੇਨਿਆਈ ਹੈ ਤੁਧ ਘਰ ਪ੍ਰਭ ਕੇ ਘਰ ਨਾਹੀ। ਹਾਂ ਤੇਰੇ ਘਰ ਬੇਨਿਆਈ ਹੋ ਸਕਦੀ ਹੈ ਕਿਉਂਕਿ ਤੂੰ ਝੂਠਾ ਬਾਦਸ਼ਾਹ ਹੈ, ਪਰ ਉਹ ਅਨਿਆਂ ਕਰਨ ਵਾਲਾ ਤੇ ਬੈਠਾ ਹੈ ਨਾ, ਸਾਚਾ ਸਾਹਿਬ ਸਾਚ ਨਾਏ, ਉਹ ਆਪ ਸੱਚਾ ਹੈ ਤੇ ਉਹਦਾ ਨਿਆਂ ਵੀ ਸੱਚਾ ਹੈ। ਤੇ ਜਿਹੜੇ ਉਸ ਸੱਚੇ ਨਾਲ ਜੁੜੇ ਨੇ ਉਹਨਾਂ ਨਾਲ ਭਾਵੇਂ ਕੋਈ ਜਿਤਨਾ ਮਰਜ਼ੀ ਧੱਕਾ ਕਰ ਲੇ, ਅਨਿਆਂ ਕਰ ਲੇ, ਜ਼ੁਲਮ ਕਰ ਲੇ, ਆਖਿਰ ਜਿੱਤ ਸੱਚੇ ਦੀ ਹੋਣੀ ਹੈ, ਆਖਿਰ ਖੁਸ਼ੀ ਸੱਚੇ ਨੂੰ ਮਿਲਣੀ ਹੈ। ਤੂੰ ਬੇਇਨਸਾਫੀਆਂ ਕੀਤੀਆਂ ਕਿਉਂਕਿ ਤੇਰੇ ਘਰ ਅੰਦਰ ਬੇਇਨਸਾਫੀਆਂ ਹੀ ਸਨ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਤਾਂ ਸੱਚਾ ਹੈ ਤੇ ਉਸ ਦਾ ਨਿਆਂ ਵੀ ਸੱਚਾ ਹੈ। ਭਲੀ ਬੁਰੀ ਜਸ ਕਰਤ ਹੈ ਤਸ ਫਲ ਸੋ ਪਾਹੀ। ਪਰ ਇਹ ਜਗਤ ਦਾ ਵਿਧਾਨ ਹੈ ਵੀ ਜੈਸਾ ਉਹ ਕਰਦਾ ਵੈਸਾ ਉਹ ਭੁਗਤਦਾ ਹੈ। ਭਲੀ ਕਰੇ ਭਲਾ ਮਿਲਦਾ ਫਲ, ਬੁਰਾ ਕਰੇ ਬੁਰਾ ਫਲ ਮਿਲਦਾ। ਤੂੰ ਬੁਰੇ ਕਰਦਾ ਰਿਹਾ ਤੇ ਤੈਨੂੰ ਉਸ ਦਾ ਖਮਿਆਜ਼ਾ ਵੀ ਭੁਗਤਣਾ ਪਵੇਗਾ। 10 ਲੱਖ ਤੁਰਕ ਪਹਾੜੀਏ ਘੇਰਾ ਬੜ ਕੀਨਾ। 10 ਲੱਖ ਤੁਰਕਾਂ ਨੇ, ਪਹਾੜੀਆਂ ਨੇ ਮਿਲ ਕੇ ਸਾਨੂੰ ਘੇਰਾ ਪਾਇਆ। ਕਸਮ ਜੋ ਗਊ ਕੁਰਾਨ ਕੀ ਕਰ ਖੰਡਨ ਕੀਨਾ। ਕਹਿਣ ਲੱਗੇ ਪਹਿਲਾਂ ਜੋ ਕੁਰਾਨ ਤੇ ਗਊ ਦੀ ਕਸਮ ਖਾਦੀ ਉਹ ਖੰਡਨ ਕਰ ਦਿੱਤੀ, ਆਪ ਹੀ ਉਹਦੇ ਤੋਂ ਮੁੱਕਰ ਗਏ। ਨਿਕਸੇ ਜਬ ਹਮ ਵਹਿਰ ਕੋ ਦਲ ਪਾਸ਼ੇ ਸਾਰਾ। ਤੇ ਫਿਰ ਜਦੋਂ ਅਸੀਂ ਆਨੰਦਪੁਰ ਤੋਂ ਨਿਕਸ ਗਏ, ਜਦੋਂ ਸਤਿਗੁਰਾਂ ਨੇ 6-7 ਪੋਹ ਦੀ ਦਰਮਿਆਨੀ ਰਾਤ ਸਤਿਗੁਰਾਂ ਨੇ ਆਨੰਦਪੁਰ ਛੱਡਿਆ, ਦਤਾਰ ਪਿਤਾ ਮਹਾਰਾਜ ਸਰਸਾ ਨਦੀ ਦੇ ਕਿਨਾਰੇ ਵੱਲ ਆਏ। ਉੱਥੇ ਫਿਰ ਇਹਨਾਂ ਜ਼ਾਲਮਾਂ ਨੇ ਪਿੱਛੋਂ ਧਾਈ ਕਰ ਦਿੱਤੀ। ਲੜੈ ਸਿੰਘ ਪੁਨ ਚਲਤ ਹੀ ਚਮਕੌਰ ਸਿਧਾਰਾ। ਤੇ ਗਹਿ ਗੱਚ ਲੜਾਈ ਸਾਡੀ ਉੱਥੇ ਸਰਸਾ ਨਦੀ ਦੇ ਕਿਨਾਰੇ ਹੋਈ, ਜਿੱਥੇ ਸਤਿਗੁਰਾਂ ਦੇ ਬਹੁਤ ਪਿਆਰੇ ਸਿੱਖ, ਜਾਨਾਂ ਤੋਂ ਪਿਆਰੇ ਸਿੱਖ ਜਾਨਾਂ ਹੂਲ ਕੇ ਲੜੇ ਤੇ ਉੱਥੇ ਸ਼ਹੀਦੀਆਂ ਪਾ ਗਏ, ਜਿਨ੍ਹਾਂ ਦੇ ਵਿੱਚੋਂ ਭਾਈ ਉਦੈ ਸਿੰਘ ਜੀ ਸਨ, ਜਿਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸੁਰੱਖਿਅਤ ਕੀਤਾ ਤੇ ਸਤਿਗੁਰਾਂ ਦੇ ਵੱਲ ਤੋਰ ਦਿੱਤਾ।
ਫਿਰ ਗੁਰਦੇਵ ਜੀ ਕਹਿੰਦੇ ਅਸੀਂ ਚਮਕੌਰ ਵੱਲ ਵਧੇ। ਸਿੱਖ 40 ਮਮ ਸੰਗ ਥੇ ਸੋ ਲੜ ਕਰ ਜੂਝੇ। 40 ਸਿੰਘ ਮੇਰੇ ਨਾਲ ਸਨ ਜਿਹੜੇ ਚਮਕੌਰ ਗੜ੍ਹੀ ਦੇ ਵਿੱਚ ਓਟ ਲੈ ਕਰਕੇ ਤੇਰੀ ਸੈਨਾ ਦੇ ਨਾਲ ਜੂਝ ਕੇ ਸ਼ਹੀਦੀਆਂ ਪਾ ਗਏ। ਸ਼ੁਦਾਵੰਤ ਸੋ ਕਿਆ ਕਰੈ ਬੇਅੰਤ ਪਹੁੰਚੇ। ਕਹਿ ਲਗੇ ਤੇਰਾ ਨਿਆਂ ਵੇਖ, ਯੁੱਧ ਵੇਖ। ਉਹ ਛੁਦਾਵੰਤ ਸਨ, ਉਹਨਾਂ ਦੇ ਉਹ ਭੁੱਖੇ ਸਨ ਕਈ ਦਿਨਾਂ ਦੇ, ਪਰ ਉਹਨਾਂ ਦੇ ਵਿੱਚ ਕਮਾਲ ਦੀ ਸ਼ਕਤੀ ਸੀ। ਅਕਾਲ ਦੇ ਨਾਲ ਜੁੜੇ ਹੋਏ ਸਨ, ਸੱਚ ਦੇ ਨਾਲ ਜੁੜੇ ਹੋਏ ਸਨ। ਇਸ ਕਰਕੇ ਭੁੱਖੇ ਭਾਣੇ ਹੋਣ ਦੇ ਬਾਵਜੂਦ, ਗਿਣਤੀ ਦੇ ਥੋੜੇ ਹੋਣ ਦੇ ਬਾਵਜੂਦ ਵੀ ਕਹਿੰਦੇ ਸਨ ਸਤਿਗੁਰੂ ਜੀ ਆਗਿਆ ਦਿਓ, ਅਸੀਂ ਇੱਕ ਇੱਕ ਸਿੰਘ ਇਹਨਾਂ ਸਾਰਿਆਂ ਨੂੰ ਮਾਰ ਮੁਕਾਉਂਦੇ ਹਾਂ। ਜਦੋਂ ਸਤਿਗੁਰ ਦੇ ਸਿੱਖ ਚਮਕੌਰ ਵਿੱਚ ਗਏ, ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਜਿਸ ਦਮ हुए चमकौर में सिंहों के उतारे, जुलाए हुए शेर थे सब गैज के मारे, आंखों से सिंहों के निकलते थे शरारे, सतगुर के बिना और गजबनाक थे थारे, कहते थे इजाजत नहीं हमें रन की, मट्टी तक उड़ा सकते हैं दुश्मन के चमन की। कहते एक बारी थापड़ा दे दो सतगुरु जी, असी इन्हां दियां धूड़ां पुट देंगे। ऐसे 40 ਭੁੱਖੇ ਭਾਣੇ ਸਿੰਘ ਚੜ੍ਹਦੀ ਕਲਾ ਵਿੱਚ ਸਨ। ਤੇਰੀ 10 ਲੱਖ ਦੀ ਫੌਜ ਨਾਲ ਉਹ ਜੂਝ ਕੇ ਤੇਰੇ ਟਿੱਡੀ ਦਲ ਨੂੰ ਮਾਰ ਕੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ। ਸਾਹਿਬਜ਼ਾਦੇ ਚਾਰਹੀ ਛਲ ਕਰ ਮਰਵਾਏ। ਕਹਿਣ ਲੱਗੇ ਮੇਰੇ ਚਾਰੇ ਸਾਹਿਬਜ਼ਾਦੇ ਪੁੱਤਰ ਛਲ ਕਰਕੇ ਤੁਸੀਂ ਮਾਰ ਮੁਕਾਏ। ਕਾਲ ਪੁਰਖ ਮਮ ਰਸ਼ ਕਰੀ ਦੇ ਹਾਥ ਬਚਾਏ। ਅਕਾਲ ਪੁਰਖ ਵਾਹਿਗੁਰੂ ਸਾਡਾ ਰੱਖਿਅਕ ਹੈ, ਉਹਨੇ ਮੇਰੀ ਰੱਖਿਆ ਕੀਤੀ। ਹੱਥ ਦੇ ਕੇ ਸਦਾ ਹੀ ਉਹ ਮੇਰੀ ਰੱਖਿਆ ਕਰਦਾ ਰਿਹਾ ਹੈ। ਤਬ ਤੁਧ ਪੂਛਣ ਹੋਏਗੋ ਖਾਲਕ ਦਰ ਜਾਵਹਿ। ਕਹਿ ਲੱਗੇ ਹੁਣ ਤੈਨੂੰ ਉਸ ਅਕਾਲ ਪੁਰਖ ਦੀ ਕਚਹਿਰੀ ਵਿੱਚ ਪਤਾ ਲੱਗੇਗਾ ਕੀ ਹੋਇਆ। ਕਿ ਸ਼ੁੱਧ ਕੇ ਚੂੰ ਬਚ ਕੇ ਕੁਸਤੈ ਚਾਰ। ਕੀ ਹੋਇਆ, ਤੂੰ ਮੇਰੇ 4 ਬੱਚੇ ਕੋਹ ਕੇ ਮਾਰ ਦਿੱਤੇ ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ। ਬੜਾ ਵੱਡਾ ਪੁੱਤਰ ਖਾਲਸਾ ਮੇਰਾ ਅਜੇ ਜਿਉਂਦਾ ਹੈ, ਉਹ ਖੇਡ ਰਿਹਾ। ਜੇ ਉਸਨੇ ਜਵਾਨ ਹੋਣਾ ਤੇ ਫਿਰ ਉਹ ਤੈਨੂੰ ਆਪਣੀ ਅੰਗੜਾਈ ਵਿੱਚ ਘੁੱਟ ਕੇ ਮਾਰ ਦੇਗਾ। ਗੁਰੂ ਸਾਹਿਬ ਜੀ ਕਹਿਣ ਲੱਗੇ ਤੇਰੇ ਜ਼ੁਲਮਾਂ ਦਾ ਹਿਸਾਬ ਖੁਦਾ ਦੀ ਕਚਹਿਰੀ ਵਿੱਚ ਹੋਵੇਗਾ। ਰਾਮਦਾਸ ਕਿਆ ਫੇੜਿਆ ਕੀ ਮੁਖੋਂ ਆਲਾਵੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਫਟਕਾਰੇ ਜਾਂਦੇ ਨੇ, ਮਾਰੇ ਜਾਂਦੇ ਨੇ, ਫਿਰ ਉਹਨਾਂ ਨੂੰ ਕੋਈ ਮੁਖ ਨਹੀਂ ਲਾਂਦਾ। ਕਿਆ ਜਵਾਬ ਤਬ ਦੇਹੋਗੇ ਤੁਮ ਕਰੀ ਅਨੀਤੀ। ਐਸੀ ਅਨੀਤੀ ਦਾ ਕੀ ਜਵਾਬ ਦੇਂਗਾ ਜੋ ਤੂੰ ਕਰ ਦਿੱਤੀ ਹੈ ਤੇ ਤੇਰੇ ਕੋਲ ਕੋਈ ਜਵਾਬ ਨਹੀਂ ਹੋਏਗਾ। ਜਦੋਂ ਬੰਦਾ ਆਪਣੇ ਜ਼ੁਲਮਾਂ ਦਾ, ਆਪਣੇ ਅਤਿਆਚਾਰਾਂ ਦਾ ਹਿਸਾਬ ਦੇਣ ਲੱਗਦਾ ਨਾ, ਜਦੋਂ ਸਾਰਾ ਵਹੀ ਖਾਤਾ ਉਹਦੇ ਸਾਹਮਣੇ ਖੁੱਲ੍ਹ ਜਾਏ ਫਿਰ ਉਹਦੇ ਕੋਲ ਜਵਾਬ ਨਹੀਂ ਹੁੰਦਾ, ਉਹਦੀ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਹੈ। ਖਬਰਦਾਰ ਤੂੰ ਹੋਏ ਰਹੋ ਹਵੈ ਹੈ ਭੈ ਭੀਤੀ। ਕਹਿਣ ਲੱਗੇ ਹੁਣ ਵੀ ਖਬਰਦਾਰ ਰਹਿ, ਉਹ ਸਮਾਂ ਆਉਣ ਵਾਲਾ ਹੈ ਜਿਹਦੇ ਵਿੱਚ ਤੇਰੇ ਤੋਂ ਹਿਸਾਬ ਮੰਗਿਆ ਜਾਵੇਗਾ। ਖਾਲਕ ਕੀ ਦਰਗਾਹ ਮੈਂ ਹਉ ਦਾਵਣ ਗੀਰੀ। ਅਸੀਂ ਖਾਲਕ ਦੀ ਦਰਗਾਹ ਵਿੱਚ, ਅਕਾਲ ਪੁਰਖ ਦੀ ਦਰਗਾਹ ਵਿੱਚ ਸਾਡੀ ਗਵਾਹੀ ਚੱਲੇਗੀ। ਉੱਤਰ ਕੋਈ ਨਾ ਆਬ ਹੈ ਹਵੈ ਹੈ ਦਿਲਗੀਰੀ। ਕਹਿ ਲੱਗੇ ਉੱਥੇ ਫਿਰ ਤੈਨੂੰ ਕੋਈ ਉੱਤਰ ਨਹੀਂ ਆਉਣਾ। ਦਿਲਗੀਰੀ ਦਾ ਅਰਥ ਹੈ ਪਛਤਾਵਾ। ਫਿਰ ਤੂੰ ਝੁਰਨਾ ਹੈ, ਪਛਤਾਵਾ ਕਰਨਾ ਹੈ, ਪਰ ਤੇਰੇ ਪੱਲੇ ਉੱਥੇ ਕੋਈ ਰਹਿਮ ਨਹੀਂ ਪੈਣਾ। ਤੂੰ ਰਹਿਮ ਦੀ ਅਪੀਲ ਵੀ ਨਹੀਂ ਕਰ ਸਕਦਾ। ਜੇਤੇ ਦੋਜਕ ਬਣੇ ਹੈ ਬਿਨ ਸਾਫਾਂ ਕਾਰਨ। ਜਿਤਨੇ ਵੀ ਦੋਜਕ ਬਣੇ ਨੇ ਨਾ, ਰੱਬ ਨੇ ਤੇਰੇ ਵਰਗੇ ਜ਼ਾਲਮ ਦੁਸ਼ਟਾਂ ਵਾਸਤੇ ਬਣਾਏ ਨੇ, ਉਹ ਸਾਰੇ ਹੀ ਤੈਨੂੰ ਭੋਗਣੇ ਪੈਣੇ ਹਨ। ਫੜ ਅਗਨੀ ਜਬ ਪਾਵਸਣ ਜਲ ਕਰੈ ਪੁਕਾਰਨ। ਕਹਿ ਲੱਗੇ ਫਿਰ ਉਹ ਅਗਨੀ ਦੇ ਵਿੱਚ ਤੂੰ ਦੋਜਕ ਦੀ ਚ ਸੜੇਗਾ, ਪੁਕਾਰਾਂ ਕਰੇਗਾ, ਪਰ ਤੇਰੀ ਉੱਥੇ ਕੋਈ ਮਦਦ ਨਹੀਂ ਕਰੇਗਾ। ਮਦਦ ਕਰਮਾਂ ਨਹੀਂ ਕਰਨੀ ਹੈ, ਪਰ ਤੇਰੇ ਕਰਮ ਤੈਨੂੰ ਉੱਥੇ ਦੋਜਕ ਦੀ ਅੱਗ ਵਿੱਚ ਸਾੜਨ ਦੇ ਸਹਾਈ ਬਣਨਗੇ। ਰੰਗ ਰਾਉ ਹੈ ਏਕ ਸਮ ਕੁਛ ਤਹਾਂ ਨਾ ਕਾਨੀ। ਕਿਉਂਕਿ ਤੇਰੀ ਬਾਦਸ਼ਾਹੀ ਇਸ ਧਰਤੀ ਤੇ ਚੱਲ ਸਕਦੀ ਹੈ, ਤੂੰ ਇਸ ਖਿੱਤੇ ਦਾ ਬਾਦਸ਼ਾਹ ਹੋ ਸਕਦਾ ਹੈ। ਉਹ ਬ੍ਰਹਮੰਡਾਂ ਦਾ ਬਾਦਸ਼ਾਹ, ਤੇ ਉੱਥੇ ਰਾਓ ਤੇ ਰੰਕ ਇੱਕ ਸਮਾਨ ਨੇ। ਉੱਥੇ ਰਾਜਾ ਤੇ ਪ੍ਰਜਾ ਇੱਕ ਸਮਾਨ ਹੈ। ਉੱਥੇ ਕਿਸੇ ਦੀ ਇੱਜ਼ਤ ਕਿਸੇ ਜ਼ਾਤ, ਵਰਨ, ਕੁੱਲ, ਬਾਦਸ਼ਾਹੀ, ਪਦਵੀ ਕਰਕੇ ਨਹੀਂ ਹੁੰਦੀ। ਉੱਥੇ ਕਿਸੇ ਦੀ ਇੱਜ਼ਤ ਹੁੰਦੀ ਹੈ ਉਹਦੇ ਨੇਕ ਅਮਲਾਂ ਕਰਕੇ, ਸ਼ੁਭ ਕਰਮਾਂ ਕਰਕੇ, ਭਲੇ ਕਰਮਾਂ ਕਰਕੇ। ਜੇ ਉਹ ਨਹੀਂ ਤੇ ਭਾਵੇਂ ਕੋਈ ਦੁਨੀਆ ਦਾ ਬਾਦਸ਼ਾਹ ਵੀ ਹੋਵੇ, ਉਹ ਮਾਲਕ ਦੀ ਦਰਗਾਹ ਵਿੱਚ ਉਹ ਵੱਡਾ ਦੁਨੀਦਾਰ ਵੀ ਪੀੜਿਆ ਜਾਂਦਾ ਹੈ, ਉਸ ਨੂੰ ਵੀ ਮਾਰਿਆ ਜਾਂਦਾ ਹੈ,
ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਨਾ, ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਉ ਨ ਹੋਵੀ ਪੌਦੀ ਹੁਣ ਸੁਣਿਆ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਕਹਿੰਦੇ ਵੱਡੇ ਦੁਨੀਦਾਰ ਜਦੋਂ ਮਰ ਕੇ ਰੱਬ ਦੀ ਦਰਗਾਹ ਵਿੱਚ ਜਾਂਦੇ ਨੇ, ਆਪਣੇ ਬੁਰੇ ਕਰਮਾਂ ਕਰਕੇ ਉੱਥੇ ਬੰਨੇ ਜਾਂਦੇ ਨੇ, ਫਿਰ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਹਨ। ਕੀੜੀ ਕੀ ਪਹਿਲੇ ਸੁਣੇ ਘਰ ਬਿਨ ਪਿਸ਼ਵਾਨੀ। ਕਹਿੰਦੇ ਉਹਦਾ ਤੇ ਨਿਆਂ ਐਸਾ ਹੈ ਵੀ ਜਿਹੜੇ ਆਪਣੇ ਆਪ ਨੂੰ ਵੱਡੇ ਖਵਾਉਂਦੇ ਨੇ ਨਾ, ਉਹ ਵੱਡਿਆਂ ਨੂੰ ਪਿੱਛੇ ਕਰ ਦਿੰਦਾ ਹੈ, ਤੇ ਜਿਹੜੇ ਕਮਜ਼ੋਰ ਨੇ ਵਿਚਾਰੇ ਦੁਨੀਆ ਦੇ ਵਿੱਚ, ਜਿਨ੍ਹਾਂ ਨੂੰ ਚਿੜੀ ਵਰਗਾ ਸਮਝਿਆ ਜਾਂਦਾ ਹੈ, ਕਹਿੰਦੇ ਉਹ ਰੱਬ ਦੇ ਘਰ ਅੰਦਰ ਚਿੜੀ ਦੀ ਪਹਿਲਾਂ ਸੁਣੀ ਜਾਂਦੀ ਹੈ, ਤੇ ਵੱਡੇ ਵੱਡੇ ਅਭਿਮਾਨੀ ਹਾਥੀਆਂ ਵਰਗੇ ਉਹ ਪਿੱਛੇ ਰਹਿ ਜਾਂਦੇ ਹਨ। ਜੋ ਮਨ ਤੋਰ ਗੁਮਾਨ ਹੈ ਮਿਹਨਤ ਜੋ ਖਾਵੇਂ। ਜੇ ਤੇਰੇ ਮਨ ਵਿੱਚ ਇਹ ਗੁਮਾਨ ਹੈ ਨਾ, ਉਹੀ ਬਾਰਤ ਆ ਗਈ ਵੀ ਮੈਂ ਮਿਹਨਤ ਕਰਕੇ ਖਾਣਾ, ਮੈਂ ਵਾਣ ਵਟਣਾ ਤੇ ਉਹਦੇ ਨਾਲ ਗੁਜ਼ਾਰਾ ਕਰਦਾ ਹਾਂ। ਰਾਜ ਅੰਸ ਨਾ ਖਾਤ ਹਾਂ ਮੈਂ ਬਖਸ਼ਿਆ ਜਾਵਾਂ। ਤੇ ਤੂੰ ਸਮਝਣਾ ਵੀ ਮੈਂ ਬਖਸ਼ਿਆ ਜਾਵਾਂਗਾ ਰੱਬ ਦੇ ਘਰ ਅੰਦਰ, ਕਿਉਂਕਿ ਕਈ ਵਾਰੀ ਇਨਸਾਨ ਆਪਣੇ ਆਪ ਨੂੰ ਤੇ ਦੁਨੀਆ ਨੂੰ ਵੀ ਭਰਮ ਵਿੱਚ ਰੱਖਦਾ, ਇਸੇ ਭਰਮ ਵਿੱਚ ਕਿ ਇੱਕ ਕੋਈ ਕਰਮ ਐਸਾ ਦਿਖਾਵੇ ਦਾ, ਧਰਮੀ ਦਾ ਕਰਦਾ, ਪੁੰਨ ਦਾ ਕਰਦਾ, ਭਲਾ ਕਰਦਾ, ਜਿਹਦੇ ਆੜ ਦੇ ਥੱਲੇ ਹਜ਼ਾਰਾਂ ਹੀ ਅਧਰਮ ਦੇ ਕਰਮ ਕਮਾਉਂਦਾ। ਇੱਕ ਕਰਮ ਧਰਮ ਦਾ ਕਰੇਗਾ, ਉਹ ਵੀ ਤਾਂ ਕੀਤਾ ਜਾਂਦਾ ਵੀ ਇਹਦੀ ਆੜ ਦੇ ਥੱਲੇ ਮੈਂ ਹਜ਼ਾਰਾਂ ਅਧਰਮ ਦੇ ਜਿਹੜੇ ਕਰਮ ਕਰ ਰਿਹਾ ਨਾ, ਉਹ ਲੋਕਾਂ ਤੋਂ ਛਿਪੇ ਰਹਿਣ, ਤੇ ਇਸ ਧਰਮ ਦੇ ਕਰਮ ਕਰਕੇ ਮੈਨੂੰ ਰੱਬ ਦੇ ਘਰ ਅੰਦਰ ਥਾਂ ਮਿਲ ਜਾਏਗੀ। ਗੁਰੂ ਸਾਹਿਬ ਕਹਿੰਦੇ ਇਹ ਵੱਡੇ ਵੱਡੇ ਲੋਕਾਂ ਦਾ ਭਰਮ ਹੀ ਰਿਹਾ, ਤੇ ਤੇਰਾ ਵੀ ਇਹੀ ਭਰਮ ਹੈ ਕਿ ਇੱਕ ਨੇਕ ਕਰਮ ਵਿਖਾ ਕੇ ਹਜ਼ਾਰਾਂ ਬੁਰੇ ਕਰਮ ਤੂੰ ਕਰਦਾ ਰਹਿਣਾ, ਉਹਨਾਂ ਦਾ ਹਿਸਾਬ ਅਕਾਲ ਪੁਰਖ ਦੀ ਦਰਗਾਹ ਵਿੱਚ ਦੇਣਾ ਪਵੇਗਾ। ਸੋ ਗੁਮਾਨ ਤਵ ਝੂਠ ਹੈ ਘੋੜੇ ਜਬ ਖਾਹੀ। ਕਹਿਣ ਲੱਗੇ ਉਹ ਗੁਮਾਨ ਤੇਰਾ ਟੁੱਟ ਜਾਏਗਾ ਜਦੋਂ ਰੱਬ ਦੀ ਦਰਗਾਹ ਵਿੱਚ ਕੋੜੇ ਪੈਣਗੇ। ਓਏ ਪੀ ਵਲੀ ਨਾ ਹੋਏ ਗਏ ਭਾਰੇ ਮਰ ਜਾਹੀ। ਕਹਿਣ ਲੱਗੇ ਕੋਈ ਤੈਨੂੰ ਉੱਥੇ ਬਚਾਉਣ ਵਾਲਾ ਨਹੀਂ ਹੋਵੇਗਾ। ਵਲੀ ਨਾ ਹੋਇਓ ਤਰੰਗ ਕੋ ਤੂੰ ਕਿਸ ਬਿਦ ਹੋਵੇਂ। ਕਹਿਣ ਲੱਗੇ ਤੈਨੂੰ ਕਿਸ ਬਿਦ ਕੋਈ ਉੱਥੇ ਪਛਾਣੇਗਾ, ਪਕੜੇਗਾ, ਕਿਉਂਕਿ ਤੂੰ ਕਿਸੇ ਧਰਮ ਦਾ ਹੋਇਆ ਹੀ ਨਹੀਂ। ਤੇਰੇ ਧਰਮ ਦੇ ਤੂੰ ਨਿਆਂ ਕਮਾਂਦਾ, ਧਰਮ ਨੂੰ ਅਪਣਾਉਂਦਾ, ਧਰਮ ਦੇ ਰਾਹ ਤੇ ਤੁਰਦਾ, ਤੇ ਤੇਰਾ ਵਲੀ, ਤੇਰਾ ਪੀਰ, ਤੇਰਾ ਪੈਗੰਬਰ ਤੈਨੂੰ ਆਪਣਾ ਸਮਝਦਾ, ਤੇਰੀ ਪਛਾਣ ਕਰਦਾ, ਪਰ ਤੂੰ ਤਾਂ ਕਿਸੇ ਦਾ ਬਣਿਆ ਹੀ ਨਹੀਂ। ਝੂਠੇ ਕਰੇ ਗਮਾਨ ਤੂੰ ਅਕਬਤ ਸਭ ਖੋਵੇਂ। ਝੂਠੇ ਗੁਮਾਨ ਵਿੱਚ ਰਹਿ ਵੀ ਮੈਂ ਬਹੁਤ ਵੱਡਾ ਬਾਦਸ਼ਾਹ ਹਾਂ, ਮੈਂ ਬਹੁਤ ਵੱਡਾ ਇਸਲਾਮ ਦਾ ਪ੍ਰਚਾਰਕ ਹਾਂ, ਮੈਂ ਬਹੁਤ ਵੱਡਾ ਪੈਗੰਬਰ ਦੀ ਸੇਵਾ ਕਰਦਾ ਰਿਹਾ। ਗੁਰਦੇਵ ਜੀ ਕਹਿੰਦੇ ਇਹ ਤੇਰਾ ਗੁਮਾਨ ਉਸ ਦਿਨ ਉਤਰੇਗਾ ਜਦੋਂ ਖੁਦਾ ਦੀ ਦਰਗਾਹ ਵਿੱਚ ਤੈਨੂੰ ਸਜ਼ਾਵਾਂ ਮਿਲਣਗੀਆਂ। ਜੋ ਰਿਦ ਤੋਰ ਗੁਮਾਨ ਹੈ ਮੈਂ ਪੜਾਂ ਕੁਰਾਨਾ। ਜੇ ਤੇਰੇ ਮਨ ਵਿੱਚ ਦੂਸਰਾ ਇਹ ਗੁਮਾਨ ਹੈ ਕਿ ਤੂੰ ਕੁਰਾਨ ਪੜ੍ਹਦਾ ਹੈ, ਕੁਰਾਨ ਦੀਆਂ ਆਇਤਾਂ ਪੜ੍ਹਦਾ ਹੈ, ਤੇ ਕੁਰਾਨ ਦੀਆਂ ਆਇਤਾਂ ਪੜ੍ਹਨ ਕਰਕੇ ਤੂੰ ਖੁਦਾ ਦੇ ਹਜ਼ੂਰ ਬਖਸ਼ਿਆ ਜਾਵੇਂਗਾ। ਇਮ ਬਖਸ਼ਿਸ਼ ਤੇ ਛੂਟ ਹੋ ਸਭ ਝੂਠ ਕਮਾਨਾ। ਸਤਿਗੁਰੂ ਜੀ ਕਹਿੰਦੇ ਇਸ ਬਖਸ਼ਿਸ਼ ਨਾਲ ਵੀ ਤੂੰ ਛੁੱਟ ਨਹੀਂ ਸਕਦਾ। ਜੇ ਤੇਰੇ ਮਨ ਵਿੱਚ ਇਹ ਭਰਮ ਤੂੰ ਪਾਲਿਆ ਹੋਇਆ ਨਾ ਕਿ ਮੈਂ ਕੁਰਾਨ ਦੀਆਂ ਆਇਤਾਂ ਪੜ੍ਹਦਾ, ਮੈਂ ਰੋਜ਼ੇ ਰੱਖਦਾ, ਮੈਂ ਜ਼ਕਾਤ ਦੇਣਾ ਵਾਂ, ਤੇ ਇਹ ਵੀ ਤੇਰਾ ਭਰਮ ਹੈ। ਮੁਖ ਤੇ ਪੜੈ ਕੁਰਾਨ ਕੋ ਦਿਲ ਕਪਟ ਵਸ਼ੇਖਾ। ਮੁਖ ਦੇ ਵਿੱਚੋਂ ਤੂੰ ਕੁਰਾਨ ਪੜ੍ਹਦਾ, ਪਰ ਦਿਲ ਤੇਰੇ ਵਿੱਚ ਬਹੁਤ ਜ਼ਿਆਦਾ ਕਪਟ ਭਰਿਆ ਹੋਇਆ, ਮਨ ਤੇਰੇ ਅੰਦਰ ਕਪਟ ਹੈ, ਤੇ ਜ਼ੁਬਾਨ ਤੇ ਤੇਰੀ ਖੁਦਾ ਦੀ ਬੋਲ ਹਨ। ਅਮਲਾਂ ਬਾਜ ਨਾ ਬਖਸ਼ੀਏ ਗਿਣ ਮਨ ਮੈਂ ਦੇਖਾਂ। ਪਰ ਧਿਆਨ ਨਾਲ ਕਦੀ ਕੁਰਾਨ ਤੂੰ ਪੜ੍ਹਦਾ, ਤੈਨੂੰ ਪਤਾ ਲੱਗਦਾ ਵੀ ਜ਼ੁਬਾਨ ਨਾਲ ਪੜ੍ਹ ਕੇ ਪ੍ਰਵਾਨ ਨਹੀਂ ਹੋਣਾ, ਅਮਲਾਂ ਤੋਂ ਬਿਨਾ ਉਸ ਰੱਬ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਲਿਖ ਕੁਰਾਨ ਪਛ ਦਗਰ ਪਰ ਸੋ ਵਲੀ ਨਾ ਥੀਆ। ਤੂੰ ਸੋਚਦਾ ਵੀ ਮੈਂ ਕੁਰਾਨ ਲਿਖ ਕੇ, ਇੱਕ ਪੱਤਰੇ ਤੇ ਕੁਰਾਨ ਲਿਖ ਕੇ ਇਹ ਸੋਚਦਾ ਸੀ ਵੀ ਮੈਂ ਧਰਮ ਕਮਾ ਰਿਹਾ, ਵਾਣ ਵੱਟ ਕੇ ਵੇਚ ਕੇ ਖਾਂਦਾ ਸੀ, ਸੋਚਦਾ ਸੀ ਮੈਂ ਧਰਮ ਕਮਾਨਾ। ਤੇ ਸਤਿਗੁਰੂ ਜੀ ਕਹਿਣ ਲੱਗੇ ਕੇਵਲ ਇਸ ਤਰ੍ਹਾਂ ਧਰਮ ਦੇ ਬਾਹਰੀ ਕਰਮ ਕਰਕੇ
ਭੇਖ ਕਰਕੇ, ਦਿਖਾਵਾ ਕਰਕੇ ਤੂੰ ਬਚ ਨਹੀਂ ਸਕਦਾ। ਵਲੀ ਜਾਣ ਬੜ ਆਪ ਕੋ ਕਿਮ ਗਰਬਤ ਹੀਆ। ਆਪਣੇ ਆਪ ਨੂੰ ਹੀ ਤੂੰ ਵਲੀ ਸਮਝਣ ਲੱਗ ਗਿਆ, ਇਸਲਾਮ ਦਾ ਆਪਣੇ ਆਪ ਨੂੰ ਵੱਡਾ ਤੂੰ ਪ੍ਰਚਾਰਕ ਸਮਝਣ ਲੱਗ ਗਿਆ। ਜੇਕਰ ਤੁਝੈ ਗੁਮਾਨ ਜਹੈ ਮੈਂ ਬੰਦਗੀ ਕਹਿਉ। ਤੇ ਜੇ ਤੈਨੂੰ ਇਹ ਗੁਮਾਨ ਹੈ, ਤਸਬੀਹ ਵੀ ਰੱਖਦਾ ਸੀ ਵੀ ਮੈਂ ਬੰਦਗੀ ਕਰਦਾ, ਰੋਜ਼ ਤਸਬੀਹ ਫੇਰਦਾ, ਰੋਜ਼ ਅੱਲਾ ਦੇ 100 ਨਾਂ ਪੁਕਾਰਦਾ ਹਾਂ। ਪਠ ਰਵਾਇਤਾਂ ਦੋਏ ਚਾਰ ਇਮ ਬਖਸ਼ ਮਿਲੈ ਹੋਂ। ਵੀ 2-4 ਰਵਾਇਤਾਂ ਪੜ੍ਹ ਕੇ ਹੀ ਤੈਨੂੰ ਬਖਸ਼ਿਸ਼ ਮਿਲ ਜਾਵੇਗੀ। ਬੰਦਗੀ ਤਿਸ ਕਾ ਨਾਮ ਹੈ ਮਨ ਕਰੇ ਮੁਖਾਲਸ। ਤੇ ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਪਤਾ ਹੈ ਬੰਦਗੀ ਕਿਹਦਾ ਨਾਮ ਹੈ? ਬੰਦਗੀ ਜ਼ੁਬਾਨ ਤੋਂ ਬੋਲਣ ਦਾ ਨਾਂ ਨਹੀਂ, ਬੰਦਗੀ ਦਾ ਅਰਥ ਹੈ ਮਨ ਕਰੈ ਮੁਖਾਲਸ, ਕਿ ਆਪਣੇ ਮਨ ਨੂੰ ਵਿਕਾਰਾਂ ਤੋਂ ਖਾਲੀ ਕਰ ਦੇਣਾ, ਆਪਣੇ ਮਨ ਨੂੰ ਗੰਦਗੀ ਤੋਂ ਖਾਲੀ ਕਰ ਦੇਣਾ, ਇਸ ਦਾ ਨਾਮ ਬੰਦਗੀ ਹੈ। ਉਲਟਾ ਫਰਬਾ ਤੁਧ ਕੀਆ ਮਨ ਕੀਨੀ ਲਾਲਸ। ਤੂੰ ਤਾਂ ਸਗੋਂ ਉਲਟਾ ਆਪਣੇ ਅੰਦਰ ਹਉਮੈ ਦੀ ਗੰਦਗੀ, ਈਰਖਾ ਦੀ ਗੰਦਗੀ, ਵੈਰ ਦੀ ਗੰਦਗੀ ਭਰਦਾ ਰਿਹਾ ਤੇ ਬਾਹਰ ਮਾਲਾ ਤਸਬੀਹ ਫੇਰਦਾ ਰਿਹਾ। ਮਨ ਕੀ ਖੁਸ਼ੀਆਂ ਤੁਧ ਕਰੀ ਪਿਤ ਭਰਾਤ ਮਰਾਏ। ਆਪਣੇ ਮਨ ਦੀਆਂ ਮੌਜਾਂ ਕਰਦਾ ਰਿਹਾ, ਤੂੰ ਇਸਲਾਮ ਦੇ ਰਾਹ ਤੇ ਇੱਕ ਦਿਨ ਵੀ ਨਹੀਂ ਤੁਰਿਆ, ਤੂੰ ਆਪਣਾ ਭਰਾ, ਸੰਤਾਂ ਵਰਗਾ ਭਰਾ ਦਾਰਾ ਸ਼ਿਕੋ ਮਾਰ ਦਿੱਤਾ, ਆਪਣੇ ਬਾਪ ਨੂੰ ਕੈਦ ਕਰਕੇ ਸ਼ਾਹਜਹਾਂ ਨੂੰ ਮਾਰ ਦਿੱਤਾ। ਕਹਿਣਗੇ ਮਨ ਦੀ ਮੌਜ ਕਰਦਾ ਰਿਹਾ ਤੂੰ, ਕਦੀ ਖੁਦਾ ਦੀ ਮੌਜ ਵਿੱਚ, ਖੁਦਾ ਦੇ ਹੁਕਮ ਵਿੱਚ ਤੇ ਤੁਰਿਆ ਹੀ ਨਹੀਂ। ਦਾਰਾ ਸ਼ਿਕੋ ਇਹਦਾ ਭਰਾ ਸੀ ਤੇ ਇਹਦਾ ਬਾਪ ਉਸ ਨੂੰ ਗੱਦੀ ਦੇਣਾ ਚਾਹੁੰਦਾ ਸੀ, ਤਖਤ ਦੇਣਾ ਚਾਹੁੰਦਾ ਸੀ, ਕਿਉਂਕਿ ਉਹ ਧਰਮੀ ਸੀ, ਉਹ ਖੁਦਾ ਨੂੰ ਅਸਲ ਗੱਲਾਂ ਵਿੱਚ ਮੰਨਣ ਵਾਲਾ ਸੀ। ਪਰ ਇਸ ਨੇ ਚਲਾਕੀਆਂ ਕਰਕੇ, ਜ਼ੁਲਮ ਕਰਕੇ ਆਪਣੀਆਂ ਭੈਣਾਂ, ਆਪਣੇ ਭਰਾ, ਆਪਣੇ ਬਾਪ ਤੱਕ ਨੂੰ ਨਹੀਂ ਛੱਡਿਆ, ਉਹਨਾਂ ਨੂੰ ਕੈਦ ਕੀਤਾ ਤੇ ਮਰਵਾ ਦਿੱਤਾ। ਬੰਦਗੀ ਤੁਧ ਕੌਨੈ ਕਰੀ ਸਭ ਕਪਟ ਕਮਾਏ। ਜੋ ਤੂੰ ਕੀਤਾ ਹੈ ਲੋਕਾਂ ਨੂੰ ਕਹਿਣਾ ਵੀ ਮੈਂ ਬੰਦਗੀ ਕੀਤੀ, ਪਰ ਸਭ ਤੂੰ ਕਪਟ ਕਮਾਏ ਹਨ। ਜੋ ਮਨ ਤੋਰ ਗਮਾਨ ਜਹੈ ਮੈਂ ਉਮਤ ਪਿਕੰਬਰ। ਜੇ ਤੇਰੇ ਮਨ ਵਿੱਚ ਇਹ ਗੁਮਾਨ ਹੈ ਕਿ ਤੂੰ ਸਾਰੀ ਉਮਤ ਦੀ ਪੈਰਵਾਈ ਕਰਨਾ ਹੈ, ਰਹਿਨੁਮਾਈ ਕਰਦਾ ਹੈ, ਸੋ ਸਫਾਤ ਮਮ ਭਰੋਗੋ ਤਿਨ ਕਹਿਓ ਵਿਚੰਬਰ। ਤੇ ਇਹ ਸਾਰੇ ਤੇਰੀ ਗਵਾਹੀ ਦੇਣਗੇ। ਇਹ ਵੀ ਤੇਰੇ ਅੰਦਰ ਇੱਕ ਭਰਮ ਹੈ, ਇੱਕ ਭੁਲੇਖਾ ਹੈ। ਤੇਰੀ ਉਮਤ ਤੇਰੇ ਜ਼ੁਲਮਾਂ ਕਰਕੇ ਦੁਖੀ ਹੈ, ਖੁਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਉਂ ਜ਼ਫਰਨਾਮੇ ਦੀ ਇਹ ਸਾਰੀ ਦਾਸਤਾਨ ਲਿਖ ਰਹੇ ਨੇ। ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਤੇ ਭਾਈ ਲਖਮੀਰ ਸ਼ਮੀਰ ਜੀ ਸਤਿਗੁਰਾਂ ਦੇ ਪਾਸ ਨੇ। ਕਿਵੇਂ ਸਤਿਗੁਰੂ ਜੀ ਸਾਰਾ ਜ਼ਫਰਨਾਮਾ ਮੁਕੰਮਲ ਕਰਦੇ ਨੇ ਤੇ ਭਾਈ ਦਇਆ ਸਿੰਘ ਜੀ ਨੂੰ ਹੁਕਮ ਕਰਦੇ ਨੇ ਕਿ ਜਾਓ ਔਰੰਗੇ ਨੂੰ ਜਾ ਕਰਕੇ ਸਾਡੀ ਦਾਸਤਾਨ ਦਿਓ। ਕਿਵੇਂ ਭਾਈ ਦਇਆ ਸਿੰਘ ਜੀ ਸਤਿਗੁਰਾਂ ਦੇ ਬਚਨ ਮੰਨਦੇ ਨੇ, ਇਹ ਸਾਰੀ ਵਿਆਖਿਆ, ਇਹ ਸਾਰਾ ਪ੍ਰਸੰਗ ਗੁਰੂ ਕਿਰਪਾ ਸਦਕਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਵਾਚਣ ਦਾ ਯਤਨ ਕਰਾਂਗੇ। ਅੱਜ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਇਤਿਹਾਸ ਕਹਿੰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਯੋਗ ਨੇ, ਬਖਸ਼ ਲੈਣਗੇ। ਅੱਜ ਦੇ ਦਿਨ ਗੁਰਦੇਵ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਿਆਈ ਦੇ ਤਖਤ ਤੇ ਵੀ ਬੈਠੇ ਸਨ। ਸੋ ਉਹਨਾਂ ਤੇ ਗੁਰਤਾ ਦਿਵਸ ਦੀਆਂ ਵੀ ਆਪ ਸੰਗਤ ਨੂੰ ਲੱਖ ਲੱਖ ਮੁਬਾਰਕਾਂ। ਹੁਣ ਆਓ, ਹੁਣ ਜਿਵੇਂ ਹੀ ਆਪਾਂ ਨਿੱਤਾਂ ਪ੍ਰਤੀ ਹਫ਼ਤਾਵਾਰੀ ਇਹਨਾਂ ਦੀਵਾਨਾਂ ਵਿੱਚ ਸਿਮਰਨ ਸਮਾਗਮਾਂ ਵਿੱਚ ਜੁੜਦੇ ਹਾਂ, ਉਹਨਾਂ ਦੀਆਂ ਹਾਜ਼ਰੀਆਂ ਭਰਨੀਆਂ ਹਨ। ਪਿਆਰ ਸਤ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਦੀ ਪਾਵਨ ਪਵਿੱਤਰ